ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 904 ਤੇ ਬਿਰਾਜਮਾਨ ਹੈ। ਇਹ ਪਾਵਨ ਸ਼ਬਦ ਇੱਕ ਇਤਿਹਾਸਿਕ ਪੱਖ ਵੀ ਰੱਖਦਾ ਹੈ। ਮਾਤਾ ਪਿਤਾ ਦਾ ਫਰਜ਼ ਹੁੰਦਾ ਹੈ ਬੱਚੇ ਦਾ ਪਾਲਣ ਪੋਸ਼ਣ ਕਰਨਾ, ਉਪਰੰਤ ਉਸ ਦੇ ਕਿਸੇ ਨਾ ਕਿਸੇ ਰੋਜ਼ਗਾਰ ਦਾ ਇੰਤਜ਼ਾਮ ਕਰਨ ਦੇ ਲਈ ਉਸ ਨੂੰ ਸਕੂਲੀ ਵਿੱਦਿਆ ਜਾਂ ਅਧਿਆਤਮਿਕ ਵਿੱਦਿਆ ਭਾਵ ਮਾਤਾ ਪਿਤਾ ਦਾ ਫਰਜ਼ ਜਿੱਥੇ ਬੱਚੇ ਦਾ ਪਾਲਣ ਪੋਸ਼ਣ ਕਰਦਾ ਹੈ ਉੱਥੇ ਬੱਚੇ ਨੂੰ ਯੋਗ ਵਿੱਦਿਆ ਵੀ ਦਿਵਾਉਣੀ ਤੇ ਫਿਰ ਯੋਗ ਵਰ ਲੱਭ ਕੇ ਬੱਚੇ ਦਾ ਵਿਆਹ ਕਰਨਾ, ਕਾਰਜ ਕਰਨਾ, ਇੱਥੋਂ ਤੱਕ ਮਾਤਾ ਪਿਤਾ ਦਾ ਫਰਜ਼ ਹੈ। ਜਿਸ ਵਕਤ ਰਾਜਾ ਯੁਧਿਸ਼ਟਰ ਨੂੰ ਪੁੱਛਿਆ ਗਿਆ ਸੀ, ਵਾਹਿਗੁਰੂ ਜੀ, ਜਿਸ ਵਕਤ ਰਾਜਾ ਯੁਧਿਸ਼ਟਰ ਨੇ ਪੁੱਛਿਆ ਕਿ ਮੈਨੂੰ ਇਹ ਜੋ ਕਰਮ ਦਾ ਫਲ ਮਿਲਿਆ ਹੈ, ਇਹ ਕਰਮ ਮੇਰੇ ਤੋਂ ਇੱਕ ਨਾ ਮੇਰੇ ਤੋਂ ਬਚਪਨ ਦੇ ਵਿੱਚ ਹੋਇਆ ਹੈ ਤੇ ਬਚਪਨ ਦੇ ਵਿੱਚ ਜਾਣੇ ਅਣਜਾਣੇ ਜਿਹੜਾ ਗੁਨਾਹ ਹੁੰਦਾ ਹੈ ਉਸ ਨੂੰ ਬੱਚੇ ਦਾ ਭੋਲਾਪਨ ਜਾਣ ਕੇ ਤੇ ਮਾਫ ਕਰ ਦਿੱਤਾ ਜਾਂਦਾ ਹੈ। ਧਰਮਰਾਜ ਨੇ ਕਿਹਾ ਨਹੀਂ, ਸਾਡੇ ਕੋਲ ਇਸ ਤਰ੍ਹਾਂ ਦੀ ਮਰਿਆਦਾ ਨਹੀਂ, ਤੇ ਫਿਰ ਇਹਨੇ ਧਰਮਰਾਜ ਨੂੰ ਸ਼ਰਾਪ ਦੇ ਦਿੱਤਾ ਸੀ। ਕਾਫੀ ਲੰਮਾ ਚੌੜਾ ਪ੍ਰਸੰਗ, ਗੁਰੂ ਕਿਰਪਾ ਕਰੇਗਾ ਫਿਰ ਕਿਸੇ ਦਿਨ ਆਪਾਂ ਇਸ ਵਿਚਾਰ ਦੇ ਨਾਲ ਵੀ ਜੁੜਾਂਗੇ। ਸੋ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ ਕਿ ਇੱਥੋਂ ਤੱਕ ਬੱਚਾ ਜਿਹੜਾ ਮਾਤਾ ਪਿਤਾ ਦਾ ਫਰਜ਼ ਉਪਰੰਤ ਬੱਚੇ ਨੇ ਆਪਣੀ ਰੋਜੀ ਰੋਟੀ ਆਪ ਕਮਾਉਣੀ ਹੈ, ਆਪਣਾ ਪਰਿਵਾਰ ਆਪਣੀ ਕਬੀਲਦਾਰੀ ਨੂੰ ਆਪ ਤੋਰਨਾ ਹੈ। ਸੋ ਇਸੇ ਤਰ੍ਹਾਂ ਦਾ ਸਮਾਂ ਆਇਆ ਧੰਨ ਗੁਰੂ ਨਾਨਕ ਦੇਵ ਜੀ ਤੇ ਮਹਿਤਾ ਕਲਿਆਣ ਦਾਸ ਨੇ ਵੇਖਿਆ ਧੰਨ ਗੁਰੂ ਨਾਨਕ ਦੇਵ ਜੀ ਵਿਆਹ ਦੇ ਯੋਗ ਹੋ ਗਏ ਨੇ ਤੇ ਹਰਦਿਆਲ ਪੰਡਤ ਸੀ, ਉਹਨੂੰ ਬੁਲਾਇਆ। ਹਰਦਿਆਲ ਪੰਡਤ ਨੂੰ ਬੁਲਾਇਆ ਗਿਆ। ਧੰਨ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪਰਥਾਏ ਵੀ ਕੋਈ ਚੰਗਾ ਸਮਾਂ ਵੇਖੋ, ਸ਼ੁਭ ਸਮਾਂ ਵੇਖੋ ਤੇ ਇਹਨਾਂ ਦਾ ਇਹ ਵਿਆਹ ਦਾ ਜਿਹੜਾ ਕਾਰਜ ਇਹ ਆਪਾਂ ਕਰਨਾ ਕਰੀਏ। ਉਸ ਵਕਤ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਹਰਦਿਆਲ ਪੰਡਤ ਨੂੰ ਸਿੱਖਿਆ ਦਿੱਤੀ ਸੀ ਤੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸਤਿਗੁਰ ਸਾਨੂੰ ਵੀ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਰਹੇ ਨੇ, ਸਾਨੂੰ ਵੀ ਇਹ ਸਿੱਖਿਆ ਦੀ ਦਾਤ ਦੇਣਗੇ। ਸਾਹਾ ਗਣੇ ਨਾ ਕਰੇ ਵਿਚਾਰ। ਸਾਹਾ ਦਾ ਅਰਥ ਹੁੰਦਾ ਸ਼ੁਭ ਸਮਾਂ। ਜਦੋਂ ਵੀ ਅਸੀਂ ਕੁਝ ਕਰਨ ਲੱਗਦੇ ਹਾਂ ਸ਼ੁਭ ਸਮੇਂ ਦੀ ਵਿਚਾਰ ਕਰਕੇ ਭਾਈ ਹੁਣ ਇਹ ਸਮਾਂ ਜਿਹੜਾ ਯੋਗ ਹੈ, ਇਹ ਸਮੇਂ ਇਹ ਕਾਰਜ ਕੀਤਾ ਜਾਵੇ, ਇਹਨੂੰ ਸਾਹਾ ਆਖਿਆ ਜਾਂਦਾ ਹੈ। ਤਕਰੀਬਨ ਜਦੋਂ ਬੱਚੀ ਤੇ ਬੱਚੇ ਦਾ ਵਿਆਹ ਹੁੰਦਾ ਹੈ ਉਸ ਸਮੇਂ ਨੂੰ ਸਾਹਾ ਆਖਿਆ ਜਾਂਦਾ ਹੈ। ਸਾਹੇ ਚਿੱਠੀ ਇੱਥੋਂ ਹੀ ਬਣੀ ਹੈ, ਸ਼ੁਭ ਸਮੇਂ ਦੀ ਚਿੱਠੀ। ਹੁਣ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਪਾਵਨ ਸ਼ਬਦ ਦੇ ਨਾਲ ਸਾਨੂੰ ਇਹ ਦੱਸਦੇ ਨੇ, ਸਾਹਾ ਗਣੇ ਨਾ ਕਰੇ ਵਿਚਾਰ। ਸਾਹਾ ਤਾਂ ਗਿਣਦਾ ਹੈ, ਨਾ ਕਰੇ ਵਿਚਾਰ, ਪਰ ਇਸ ਦੀ ਤੂੰ ਚੰਗੀ ਤਰ੍ਹਾਂ ਵਿਚਾਰ ਨਹੀਂ ਕਰਦਾ। ਇਹਨੂੰ ਥੋੜਾ ਜਿਹਾ ਆਪਾਂ ਜੇ ਡੂੰਘਾਈ ਦੇ ਨਾਲ ਲਈਏ, ਇਹ 12 ਰਾਸ਼ੀਆਂ ਮੰਨੀਆਂ ਗਈਆਂ ਨੇ ਤੇ 27 ਨਛੱਤਰ ਮੰਨੇ ਗਏ ਨੇ। ਹਰ ਇੱਕ ਰਾਸ਼ੀ ਹੈ ਜਿਹੜੀ ਉਹ ਮਹੀਨੇ ਦੇ ਹਿਸਾਬ ਦੇ ਨਾਲ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ। ਜਿਵੇਂ ਹੁਣ ਮਾਘ ਦਾ ਮਹੀਨਾ ਹੈ ਤੇ ਹੁਣ ਕੁੰਭ ਰਾਸ਼ੀ ਹੈ ਜਿਹੜੀ ਉਹ ਪ੍ਰਭਾਵਿਤ ਕਰ ਰਹੀ ਹੈ। ਇਸੇ ਤਰ੍ਹਾਂ 27 ਨਛੱਤਰ ਨੇ, ਇੱਕ ਰਾਸ਼ੀ ਦੇ ਵਿੱਚ 2.25 ਨਛੱਤਰ ਹੁੰਦੇ ਨੇ। ਜਿੰਨਾ ਸਮਾਂ ਇੱਕ ਰਾਸ਼ੀ ਲੈਂਦੀ ਏ ਉਹਨਾਂ ਸਮਾਂ ਜਿਹੜਾ ਹੈ ਨਾ 2.25 ਨਛੱਤਰ ਲੈ ਲੈਂਦੇ ਨੇ। ਇਹ 2.25 ਨਛੱਤਰ ਜਿਹੜੇ ਨੇ ਇੱਕ ਰਾਸ਼ੀ ਦੇ ਵਿੱਚ ਪੂਰੇ ਹੋ ਜਾਂਦੇ ਨੇ ਤੇ ਇੱਕ ਰਾਸ਼ੀ ਹੈ ਜਿਹੜੀ ਤਕਰੀਬਨ ਇੱਕ ਮਹੀਨੇ ਜਿੰਨਾ ਸਮਾਂ ਲੈਂਦੀ ਏ, ਇਹ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਨੇ। ਜਿਵੇਂ ਅਸੀਂ ਵੇਖਦੇ ਹਾਂ ਰੋਤੇ ਜਿਹੜੀ ਉਹ ਆਪਣੇ ਹਿਸਾਬ ਦੇ ਨਾਲ ਪ੍ਰਭਾਵਿਤ ਕਰਦੀ ਹੈ, ਸਮਾਂ ਜਿਹੜਾ ਮਹੀਨੇ ਦਾ ਦਿਨ ਨੇ ਜਿਹੜੇ ਇਹ ਆਪ ਦੇ ਹਿਸਾਬ ਦੇ ਨਾਲ ਪ੍ਰਭਾਵਿਤ ਕਰਦੇ ਨੇ। ਇਸ ਤਰ੍ਹਾਂ ਨਛੱਤਰ ਨੇ ਜਿਹੜੇ ਆਪ ਦੇ ਹਿਸਾਬ ਦੇ ਨਾਲ ਹਰ ਇੱਕ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਨੇ।
ਪਰ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ, ਉਸ ਨੂੰ ਇਹ ਪ੍ਰਭਾਵਿਤ ਨਹੀਂ ਕਰਦੇ। ਇਹ ਪਾਵਨ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਸਾਨੂੰ ਦੱਸ ਰਹੇ ਨੇ। ਮੈਂ ਇੱਕ ਵਾਰੀ ਫਿਰ ਨਾ ਥੋੜਾ ਜਿਹਾ ਦੱਸ ਦਿਆਂ। ਹਰ ਇੱਕ ਮਨੁੱਖ ਜਿਹੜਾ ਇਹ 27 ਨਛੱਤਰਾਂ ਤੋਂ ਵੀ ਪ੍ਰਭਾਵਿਤ ਹੁੰਦਾ ਹੈ, 12 ਰਾਸ਼ੀਆਂ ਤੋਂ ਵੀ ਪ੍ਰਭਾਵਿਤ ਹੁੰਦਾ ਹੈ, 6 ਰੁੱਤਾਂ ਤੋਂ ਵੀ ਪ੍ਰਭਾਵਿਤ ਹੁੰਦਾ ਹੈ ਤੇ ਸਾਰੇ ਮਹੀਨਿਆਂ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਸਮਾਂ ਜਿਹੜਾ ਹਰ ਇੱਕ ਮਨੁੱਖ ਨੂੰ ਆਪਣੇ ਅਕੋਰਡਿੰਗ ਪ੍ਰਭਾਵਿਤ ਕਰਦਾ ਹੈ, ਪਰ ਜਿਹੜਾ ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ ਹੈ, ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ, ਜਾਂ ਇਸ ਤਰ੍ਹਾਂ ਕਹਿ ਲਓ ਇੱਕ ਵਾਹਿਗੁਰੂ ਦਾ ਨਾਮ, ਇੱਕ ਵਾਹਿਗੁਰੂ ਤੇ ਇੱਕ ਵਾਹਿਗੁਰੂ ਦਾ ਨਾਮ ਜਪਣ ਵਾਲੇ, ਇਹਨਾਂ ਤਿੰਨਾਂ ਨੂੰ ਨਹੀਂ ਪ੍ਰਭਾਵਿਤ ਕਰਦਾ। ਸਾਹਾ ਗਣੇ ਨਾ ਕਰਹਿ ਵਿਚਾਰ। ਇਹ ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਹਰਦਿਆਲ ਪੰਡਤ ਨੂੰ ਉਸ ਸਮੇਂ ਸਮਝਾਇਆ ਸੀ ਵੀ ਤੁਸੀਂ ਸਾਹਾ ਜਿਹੜਾ ਸ਼ੁਭ ਸਮਾਂ ਜਿਹੜਾ ਵਿਆਹ ਦਾ, ਇਹਦੀ ਤਾਂ ਗਿਣਤੀ ਕਰਦੇ ਹੋ, ਇਹਨੂੰ ਤਾਂ ਗਿਣ ਲੈਂਦੇ ਹੋ, ਨਾ ਕਰਹਿ ਵਿਚਾਰ, ਪਰ ਇਹਦੇ ਪਿੱਛੇ ਜਿਹੜੀ ਸਮਰੱਥਾ ਹੈ ਉਹਦੀ ਵਿਚਾਰ ਨਹੀਂ ਕਰਦੇ। ਹੁਣ ਇਹਦੇ ਪਿੱਛੇ ਸਮਰੱਥਾ ਹੈ ਉਸ ਪ੍ਰਭੂ ਪਰਮਾਤਮਾ ਦੀ, ਉਸ ਵਾਹਿਗੁਰੂ ਦੀ ਸਮਰੱਥਾ ਹੈ, ਉਸ ਦੀ ਭਾਈ ਤੁਸੀਂ ਵਿਚਾਰ ਨਹੀਂ ਕਰਦੇ ਹੋ ਜੀ। ਸਾਥੇ ਉਪਰ ਏਕੰਕਾਰ। ਉੱਪਰ ਦਾ ਅਰਥ ਹੁੰਦਾ ਉੱਤੇ, ਜਿਹੜਾ ਕਿਸੇ ਦੇ ਅਧੀਨ ਨਾ ਹੋਵੇ, ਅਸੀਂ ਉਹਨੂੰ ਕਹਿ ਦਿੰਦੇ ਆ ਇਹ ਇਸ ਤੋਂ ਉੱਪਰ ਹੈ, ਉੱਚੀ ਪਦਵੀ ਵਾਲਾ, ਸਾਰਿਆਂ ਤੋਂ ਸ੍ਰੇਸ਼ਟ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿੱਥੇ ਗੁਰੂ ਜੀ ਨੇ ਸਾਨੂੰ ਦੱਸਿਆ ਨਾ ਸਾਹਾ ਗਣੇ ਬਈ ਸਾਹੇ ਚਿੱਠੀ ਹੈ ਜਿਹੜੀ, ਜਾਂ ਸਾਹਾ ਵਿਆਹ ਕਾਰਜ ਸ਼ੁਭ ਸਮਾਂ ਜਿਹੜੀ, ਉਹਦੀ ਤਾਂ ਗਿਣਤੀ ਮਿਣਤੀ ਕਰਕੇ ਦੱਸਿਆ ਜਾ ਸਕਦਾ ਹੈ ਵੀ ਇਹ ਨਛੱਤਰ ਜਿਹੜਾ ਇਸ ਮਨੁੱਖ ਦੇ ਜੀਵਨ ਵਿੱਚ ਸਮਾਂ ਜਿਹੜਾ ਸ਼ੁਭ ਹੈ ਤੇ ਇਹਦੋਂ ਇਹ ਕਾਰਜ ਕੀਤਾ ਜਾਵੇ, ਨਾ ਕਰੇ ਵਿਚਾਰ, ਪਰ ਉਹਦੇ ਪਿੱਛੇ ਜੋ ਸੱਚ ਸਰੂਪ ਪਰਮਾਤਮਾ ਹੈ, ਜਿੰਦੇ ਹੱਥ ਦੇ ਵਿੱਚ ਇਹ ਸਾਰੀ ਸਮਰੱਥਾ ਹੈ, ਉਹਦੀ ਵਿਚਾਰ ਨਹੀਂ ਕਰਦੇ। ਸਾਹੇ ਉੱਪਰ ਏਕੰਕਾਰ। ਤੇ ਜੇ ਅਸੀਂ ਉਸ ਦੀ ਵਿਚਾਰ ਕਰੀਏ, ਉਸ ਅਕਾਲ ਪੁਰਖ ਵਾਹਿਗੁਰੂ ਦੀ, ਤੇ ਉਹ ਇਹ ਸ਼ੁਭ ਸਮੇਂ ਦੇ ਉੱਪਰ ਹੈ। ਪ੍ਰਭੂ ਪਰਮਾਤਮਾ ਜਿਹੜਾ ਉਹ ਇਹ ਸਮੇਂ ਤੋਂ ਕਿਤੇ ਉੱਚਾ ਸੁੱਚਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਪ੍ਰਭੂ ਪਰਮਾਤਮਾ ਇੱਕ ਓੰਕਾਰ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਇਹ ਸਮਾਂ ਜਿਹੜਾ ਚੰਗਾ ਤੇ ਮਾੜਾ ਇਹ ਪ੍ਰਭਾਵਿਤ ਨਹੀਂ ਕਰ ਸਕਦਾ ਹੈ ਜੀ। ਜਿਸ ਗੁਰ ਮਿਲੈ ਸੋਈ ਵਿਦ ਜਾਣੈ। ਵਿਦ ਦਾ ਅਰਥ ਹੁੰਦਾ ਤਰੀਕਾ, ਵਿਧੀ, ਸਮਾਂ। ਜਿਹਨੂੰ ਪੂਰਾ ਗੁਰੂ ਮਿਲ ਜਾਵੇ ਉਹ ਇਹ ਸਾਰੇ ਕੁਝ ਨੂੰ ਜਾਣ ਲੈਂਦਾ, ਦੂਜੇ ਦੀ ਸਮਝ ਦੇ ਵਿੱਚ ਨਹੀਂ ਆਉਂਦਾ, ਦੂਜੇ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਕੇਵਲ ਤੇ ਕੇਵਲ ਇਸ ਗੱਲ ਦੀ ਸਮਝ ਉਸ ਪ੍ਰਾਣੀ ਨੂੰ ਆਉਂਦੀ ਹੈ ਜਿਹਨੂੰ ਯੋਗ ਗੁਰੂ ਦੀ ਪ੍ਰਾਪਤੀ ਹੋਵੇ, ਪਰਿਪੂਰਨ ਗੁਰੂ ਕਿਰਪਾ ਕਰੇ, ਉਹਨੂੰ ਅੰਦਰ ਗਿਆਨ ਦੀ ਸੋਝੀ ਦੇਵੇ, ਤੇ ਫਿਰ ਉਹ ਇਹ ਸੂਖਮ ਗੱਲਾਂ ਨੂੰ ਸਮਝਦਾ ਹੈ। ਬੜੀਆਂ ਸੂਖਮ ਗੱਲਾਂ ਨੇ। ਜਿਹੜੀ ਚੀਜ਼ ਨਾ ਦਿਸੇ ਉਹਨੂੰ ਸਮਝਣਾ ਬੜਾ ਔਖਾ ਹੈ, ਜਿਹੜੀ ਚੀਜ਼ ਦਿਸਦੀ ਉਹਨੂੰ ਸਮਝਣਾ ਕੋਈ ਜ਼ਿਆਦਾ ਔਖਾ ਨਹੀਂ। ਆਪ ਜੀ ਦੇ ਹੱਥ ਦੇ ਉੱਤੇ ਕੋਈ ਦਾਣੇ ਪਏ ਨੇ ਕਿਸੇ ਫਸਲ ਦੇ, ਕਿਸੇ ਫਲ ਦੇ, ਤੇ ਜੇ ਆਪ ਨੂੰ ਨਹੀਂ ਪਤਾ ਤੇ ਆਪ ਕਿਸੇ ਨੂੰ ਪੁੱਛੋਗੇ ਨਾ ਮੇਰੇ ਕੋਲ ਦਾਣੇ ਤਾਂ ਹੈਨ, ਪਰ ਇਹ ਹੈਨ ਕਾਹਦੇ, ਤੇ ਜੇ ਉਹ ਜਾਣਦਾ ਤੇ ਤੁਹਾਨੂੰ ਜ਼ਰੂਰ ਦੱਸ ਦੇਗਾ ਵੀ ਇਹ ਜਿਹੜੇ ਦਾਣੇ ਨੇ ਨਾ ਇਸ ਚੀਜ਼ ਦੇ ਨੇ। ਹੁਣ ਇਹ ਸਥੂਲ ਹੈ, ਇਹ ਸਮਝ ਲਿਆ ਆਪਾਂ, ਬੜਾ ਸੁੱਖ ਹੈ, ਪਰ ਇਸ ਦੇ ਉਲਟ ਜੇ ਕੋਈ ਸੂਖਮ ਚੀਜ਼ ਹੋਵੇ, ਭਾਵ ਨਾ ਦਿਸਣ ਵਾਲੀ ਚੀਜ਼ ਹੋਵੇ, ਜਿਹੜੀ ਦਿਸਦੀ ਨਾ ਹੋਵੇ, ਪ੍ਰਭਾਵਿਤ ਕਰਦੀ ਹੋਵੇ, ਤੇ ਉਹਨੂੰ ਸਮਝਣਾ ਬੜਾ ਔਖਾ ਹੈ। ਤਾਂ ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਪਾਵਨ ਸ਼ਬਦ ਦੇ ਨਾਲ ਇਹ ਸਿੱਖਿਆ ਦਿੱਤੀ ਹੈ, ਸਾਹਾ ਗਣੇ ਭਾਈ, ਸਾਹਾ ਤਾਂ ਆਪਾਂ ਗਿਣ ਲੈਂਦੇ ਆ, ਨਾ ਕਰੇ ਵਿਚਾਰ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਜੋ ਇਸ ਦੇ ਉੱਪਰ ਹੈ, ਉਸ ਦੀ ਵਿਚਾਰ ਕਰਨੀ ਅਤ ਦੀ ਜ਼ਰੂਰੀ ਹੈ। ਕਹਿਣ ਤੋਂ ਭਾਵ ਸਾਨੂੰ ਉਸ ਪਰਮਾਤਮਾ ਦਾ ਆਸਰਾ ਨਹੀਂ ਛੱਡਣਾ ਚਾਹੀਦਾ। ਜੇ ਕਿਸੇ ਨੇ ਸਾਨੂੰ ਦੱਸ ਦਿੱਤਾ ਵੀ ਇਹ ਸਮਾਂ ਜਿਹੜਾ ਇਹ ਸਾਡੇ ਲਈ ਯੋਗ ਹੈ, ਤੇ ਅਸੀਂ ਕਹਿ ਦਈਏ ਸਮਾਂ ਬੜਾ ਯੋਗ ਹੈ ਤੇ ਅਸੀਂ ਉਹਨੂੰ ਰੱਬ ਤੋਂ ਕੀ ਲੈਣਾ ਹੈ, ਤੇ ਫਿਰ ਭਾਈ ਉਹ ਪਰਮਾਤਮਾ ਜਿਹੜਾ ਉਹ ਕੁਝ ਵੀ ਕਰ ਸਕਦਾ। ਮੇਰੇ ਖਿਆਲ ਹੁਣ ਗੱਲ ਸਮਝ ਦੇ ਵਿੱਚ ਆਪ ਜੀ ਦੇ ਆ ਗਈ ਹੋਣੀ ਹੈ। ਸਾਹਾ ਗਣੇ ਨਾ ਕਰੇ ਵਿਚਾਰ। ਇਸ ਸ਼ੁਭ ਸਮੇਂ ਦੇ ਉੱਪਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜੋ ਇਸ ਸ਼ੁਭ ਸਮੇਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ, ਉਸ ਪਰਮਾਤਮਾ ਸੱਚੇ ਸਤਿਗੁਰੂ ਦੀ ਜੋ ਅਸੀਂ ਵਿਚਾਰ ਨਹੀਂ ਕਰਦੇ ਆ ਨਾ, ਤੇ ਫਿਰ ਇਹ ਸਾਡੇ ਲਈ ਗਲਤ ਹੋ ਜਾਂਦਾ ਹੈ। ਕਿਉਂ ਗਲਤ ਹੋ ਜਾਂਦਾ ਹੈ? ਕਿਉਂਕਿ ਸਮਾਂ ਜਿਹੜਾ ਸ਼ੁਭ ਹੈ ਉਹ ਪਰਮਾਤਮਾ ਦਾ ਬਣਾਇਆ ਹੋਇਆ ਹੈ, ਤੇ ਜਿਸ ਦਾ ਵਾਹਿਗੁਰੂ ਦਾ ਉਹ ਸਮਾਂ ਸ਼ੁਭ ਬਣਾਇਆ ਹੋਇਆ ਹੈ, ਚੰਗਾ ਸਮਾਂ ਬਣਾਇਆ ਹੋਇਆ ਹੈ, ਉਸ ਦਾ ਆਸਰਾ ਅਸੀਂ ਜੇ ਛੱਡ ਦਈਏ ਤੇ ਫਿਰ ਉਹ ਇਸ ਨੂੰ ਮਾੜਾ ਵੀ ਕਰ ਸਕਦਾ ਹੈ। ਸਾਹਾ ਗਣੇ
ਨਾ ਕਰੇ ਵਿਚਾਰ। ਇਸ ਵਾਸਤੇ ਗੁਰੂ ਜੀ ਨੇ ਆਖਿਆ ਉਸ ਦੀ ਵਿਚਾਰ ਪਰਮਾਤਮਾ ਦੀ ਵਿਚਾਰ ਵਾਲੇ ਸਾਨੂੰ ਹੋਣਾ ਚਾਹੀਦਾ ਹੈ। ਵਾਹਿਗੁਰੂ ਦੀ ਵਿਚਾਰ ਕਰਨੀ ਹੈ ਜਿਹੜੀ, ਇਹ ਅਤ ਦੀ ਜ਼ਰੂਰੀ ਹੈ। ਸਾਹਿਬ ਉੱਪਰ ਏਕ ਓੰਕਾਰ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਸਤਿਗੁਰ ਇਸ ਤੋਂ ਉੱਪਰ ਹੈ। ਜਿਸ ਗੁਰ ਮਿਲੇ ਸੋਈ ਬਿਦ ਜਾਣੇ, ਜਿਹਨੂੰ ਪਰਿਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਉਹੀ ਭਾਈ ਇਹ ਸੂਖਮ ਗੱਲਾਂ ਨੂੰ ਸਾਰੀਆਂ ਨੂੰ ਸਮਝ ਸਕਦਾ ਹੈ ਜੀ। ਗੁਰਮਤਿ ਹੋਏ ਤਾ ਹੁਕਮ ਪਛਾਣੈ। ਜੇ ਗੁਰੂ ਦੀ ਮੱਤ ਵਾਲੇ ਅਸੀਂ ਹੋਈਏ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਸ ਹੁਕਮ ਦੀ ਅਸੀਂ ਪਛਾਣ ਕਰ ਸਕਦੇ ਹਾਂ। ਹੁਣ ਹੁਕਮ ਕੀ ਹੈ? ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਜਿਹੜਾ ਸੂਰਜ ਹੈ ਨਾ, ਇਹਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਉਹਨੇ ਨਿਯਮ ਬਣਾ ਕੇ ਦਿੱਤਾ ਵੀ ਇਸ ਨਿਯਮ ਦੇ ਵਿੱਚ ਚੱਲਣਾ ਹੈ। ਜਿਹੜਾ ਚੰਦ ਹੈ ਇਹਦੇ ਤੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਉਹਨੇ ਇਸ ਨੂੰ ਹੁਕਮ ਕੀਤਾ ਵੀ ਤੂੰ ਇੰਨੇ ਦਿਨ ਵਧਣਾ ਤੇ ਇੰਨੇ ਦਿਨ ਘਟਣਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਧੀਨ ਸਾਰਾ ਕੁਝ ਹੋ ਰਿਹਾ ਹੈ। ਇਸੇ ਤਰ੍ਹਾਂ 27 ਨਛੱਤਰ ਵੀ ਉਸ ਦੇ ਹੁਕਮ ਦੇ ਵਿੱਚ ਨੇ, 12 ਰਾਸ਼ੀਆਂ ਵੀ ਉਸ ਦੇ ਹੁਕਮ ਦੇ ਵਿੱਚ ਨੇ। ਗੁਰਮਤ ਹੋਏ ਤਾਂ ਹੁਕਮ ਪਛਾਣੇ। ਤੇ ਫਿਰ ਇਹ ਸਮਾਂ ਜਿਹੜਾ ਇਹ ਉਸ ਪਰਮਾਤਮਾ ਦੇ ਹੁਕਮ ਦੇ ਨਾਲ ਸਾਡੇ ਉੱਤੋਂ ਦੀ ਗੁਜ਼ਰ ਰਿਹਾ ਹੈ। ਗੁਰਮਤ ਹੋਏ ਤਾਂ ਹੁਕਮ ਪਛਾਣੇ। ਜੇ ਅਸੀਂ ਗੁਰੂ ਦੀ ਮੱਤ ਵਾਲੇ ਹੋਵਾਂਗੇ ਤੇ ਗੁਰੂ ਕਿਰਪਾ ਕਰੇਗਾ, ਸਾਨੂੰ ਗੁਰੂ ਦੇ ਹੁਕਮ ਦੀ ਪਛਾਣ ਆਵੇਗੀ ਜੀ। ਝੂਠ ਨਾ ਬੋਲ ਪਾਡੇ ਸਚ ਕਹੀਐ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਰਹਾਉ ਵਾਲੀਆਂ ਤੁਕਾਂ ਦੇ ਵਿੱਚ ਹੁਣ ਦੱਸਦੇ ਨੇ, ਪੰਡਤ ਹੁੰਦੇ ਨੇ ਨਾ ਜਿਹੜੇ, ਕਈ ਵਾਰੀ ਨਾ ਇਹ ਸਾਨੂੰ ਝੂਠ ਵੀ ਬੋਲ ਕੇ ਦੱਸ ਦਿੰਦੇ ਨੇ ਤੇ ਕਈ ਵਾਰੀ ਇਹ ਸਾਨੂੰ ਡਰਾ ਵੀ ਦਿੰਦੇ ਨੇ। ਕਿਉਂ? ਜੇ ਕਿਸੇ ਨੂੰ ਡਰਾਵਾਂਗੇ ਤੇ ਫਿਰ ਉਹਦੀ ਜੇਬ ਵਿੱਚੋਂ 4 ਪੈਸੇ ਨਿਕਲਣਗੇ। ਮੈਂ ਥੋੜਾ ਸਮਝਾਉਣ ਦਾ ਯਤਨ ਕਰਾਂਗਾ, ਸ਼ਾਇਦ ਗੱਲ ਸਮਝ ਆ ਜਾਵੇ। ਅਸੀਂ ਕਿਸੇ ਪੰਡਤ ਦੇ ਪਾਸ ਗਏ ਆ, ਉਹਨੂੰ ਜਾ ਕੇ ਅਸੀਂ ਪੁੱਛਿਆ ਆਪਣੇ ਸਮੇਂ ਦੇ ਬਾਰੇ ਵੀ ਹੁਣ ਸਾਡਾ ਸਮਾਂ ਕਿਵੇਂ ਗੁਜ਼ਰ ਰਿਹਾ ਹੈ। ਉਹਨੇ ਵੇਖਿਆ ਵੀ ਸਾਮੀ ਚੰਗੀ ਏ ਤੇ ਹੁਣ ਮੈਂ ਇਹਨੂੰ ਹੱਥ ਦੇ ਵਿੱਚੋਂ ਨਾ ਜਾਣਦੇ ਆ। ਫਿਰ ਉਹ ਕੀ ਕਰੇਗਾ? ਉਹ ਆਖੇਗਾ ਗੱਲ ਤਾਂ ਬਾਕੀ ਠੀਕ ਹੈ, ਪਰ ਥੋੜਾ ਜਿਹਾ ਨਾ ਤੇਰੇ ਤੇ ਇਹ ਕਸ਼ਟ ਚੱਲ ਰਿਹਾ ਹੈ। ਤੇ ਅਸੀਂ ਡਰ ਜਾਵਾਂਗੇ। ਫਿਰ ਕਹਾਂਗੇ ਪੰਡਤ ਜੀ ਫਿਰ ਤੁਹਾਡੇ ਕੋਲ ਆਏ ਆ, ਕਸ਼ਟ ਵੀ ਦੂਰ ਕਰੋ। ਉਹ ਫਿਰ ਇੱਕ ਵਿਧੀ ਜੀ ਦੇ ਨਾਲ ਸਾਨੂੰ ਦੱਸ ਦੇਗਾ ਤੇ ਸਾਡੇ ਤੋਂ ਮਾਇਆ ਬਟੋਰ ਲੇਗਾ। ਮੈਂ ਇੱਕ ਨਿੱਕਾ ਜਿਹਾ ਪ੍ਰਸੰਗ ਨਾ ਸੁਣਾ ਦਿਆਂ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਸਮਝ ਆਏਗੀ। ਹੁਣ ਤਾਂ ਖੈਰ ਸਿਆਲ ਨਿਕਲ ਗਿਆ, ਸਿਆਲ ਦੇ ਦਿਨ ਅਜੇ ਆਉਣ ਵਾਲੇ ਸਨ। ਚਲੋ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਂਦੇ, ਅਜੇ ਸਿਆਲ ਮੰਨ ਲਓ ਆਇਆ ਨਹੀਂ, ਸਿਆਲ ਦੇ ਦਿਨ ਆਉਣ ਵਾਲੇ ਨੇ। ਤੇ ਜਿਹੜੀਆਂ ਔਰਤਾਂ ਹੁੰਦੀਆਂ ਨੇ ਨਾ, ਇਹਨਾਂ ਨੂੰ ਬੜਾ ਫਿਕਰ ਪੈ ਜਾਂਦਾ ਬਿਸਤਰਿਆਂ ਦਾ। ਇਹਨਾਂ ਨੇ ਧੋਣੇ ਤਿਆਰ ਕਰਨੇ ਹੁੰਦੇ ਨੇ। ਪੰਡਤਾਣੀ ਨੇ ਜਦੋਂ ਆਪਣਾ ਘਰ ਸੰਭਾਲਿਆ ਵੀ ਸਿਆਲ ਆਉਣ ਵਾਲਾ ਤੇ ਚਲੋ ਮੈਂ ਵੀ ਆਪਣੇ ਗਰਮ ਸਰਦ ਕੱਪੜੇ ਜਿਹੜੇ ਨੇ ਇਹਨਾਂ ਨੂੰ ਸਵਾਰਾਂ ਤੇ ਵੇਖਦੀ ਏ ਵੀ ਆਪਣੀਆਂ ਤਰਜਾਈਆਂ ਜਿਹੜੀਆਂ ਨੇ ਨਾ ਖਜਕੀਆਂ ਹੋਈਆਂ ਨੇ, ਭਾਵ ਬਦਲਣ ਵਾਲੀਆਂ ਨੇ, ਨਵੀਆਂ ਬਣਾਉਣ ਵਾਲੀਆਂ ਨੇ। ਇਹ ਪੰਡਤ ਜੀ ਨੂੰ ਕਹਿੰਦੀ ਹੈ, ਪੰਡਤ ਜੀ ਐਤਕੀ ਸਿਆਲ ਦੇ ਵਿੱਚ ਆਪਾਂ ਨੂੰ ਰਜਾਈਆਂ ਬਣਾਉਣੀਆਂ ਪੈਣੀਆਂ ਨੇ ਤੇ ਆਪਾਂ ਰਜਾਈਆਂ ਦਾ ਇੰਤਜ਼ਾਮ ਕਰੀਏ। ਪੰਡਤ ਜੀ ਕਹਿੰਦਾ ਕੋਈ ਗੱਲ ਨਹੀਂ, ਨਾ ਲੈਤਾ ਵੀ ਫਲਾਣਾ ਸਿੰਘ ਹੈ ਤੇ ਉਹਦੀ ਗੁੜੀਆ ਦਾ ਨਾ ਉਹਨਾਂ ਨੇ ਐਤਕੀ ਸਿਆਲ ਦੇ ਵਿੱਚ ਵਿਆਹ ਕਰਨਾ। ਆਪਾਂ ਇਹਨਾਂ ਦਿਨਾਂ ਦੇ ਵਿੱਚ ਵਿਆਹ ਇਸ ਕਰਕੇ ਕਰਦੇ ਹਾਂ, ਇੱਕ ਤਾਂ ਮੱਖੀ ਮੱਛਰ ਨਹੀਂ ਹੁੰਦਾ ਤੇ ਦੂਜਾ ਠੰਡੇ ਦਿਨ ਹੋਣ ਕਰਕੇ ਨਾ ਜਿਹੜੇ ਸਾਡੇ ਖਾਣ ਪੀਣ ਵਾਲੇ ਪਦਾਰਥ ਹੁੰਦੇ ਨੇ ਉਹ ਖਰਾਬ ਨਹੀਂ ਹੁੰਦੇ। ਗਰਮੀ 'ਚ ਜ਼ਿਆਦਾ ਖਰਾਬ ਹੋ ਜਾਂਦੇ ਨੇ, ਦੁੱਧ ਆਦਿਕ ਸਾਂਭਣਾ ਬੜਾ ਔਖਾ ਹੋ ਜਾਂਦਾ ਹੈ। ਭਈ ਸਿਆਲ ਦੇ ਦਿਨ ਆਉਣੇ ਨੇ ਤੇ ਫਲਾਣਾ ਸਿੰਘ ਨਾਂ ਲੈ ਦਿੱਤਾ ਕਿਸੇ ਗੁਰਮੁਖ ਪਿਆਰੇ ਦਾ, ਬਈ ਉਹਦੀ ਬੱਚੀ ਦਾ ਵਿਆਹ ਉਹਨੇ ਐਤਕੀ ਸਿਆਲ ਦੇ ਵਿੱਚ ਕਰਨਾ ਤੇ ਬਸ ਉਹ ਆਉਣ ਹੀ ਵਾਲਾ। ਉਹਨੇ ਆਣ ਕੇ ਮੈਨੂੰ ਆਖਣਾ ਵੀ ਤੂੰ ਵੇਖ ਬੱਚੀ ਦਾ ਸਾਹਾ ਕੱਢ, ਸ਼ੁਭ ਸਮਾਂ ਕੱਢ ਤੇ ਆਪਾਂ ਵਿਆਹ ਕਰੀਏ। ਤੇ ਮੈਂ ਉਦੋਂ ਬਿਸਤਰਿਆਂ ਦਾ ਇੰਤਜ਼ਾਮ ਕਰ ਲੈਣਾ। ਹੁਣ ਭਾਈ ਗੁਰਮੁਖ ਪਿਆਰਾ ਆ ਗਿਆ ਪੰਡਤ ਜੀ ਪਾਸ ਤੇ ਪੰਡਤ ਜੀ ਨੂੰ ਕਹਿੰਦਾ ਆਪਣੀ ਗੁੜੀਆ ਦਾ ਆਪਾਂ ਵਿਆਹ ਕਰਨਾ ਹੈ, ਕੋਈ ਚੰਗਾ ਜਿਹਾ ਦਿਨ ਵੇਖੋ। ਪੰਡਤ ਜੀ ਨੇ ਪੱਤਰੀ ਨੂੰ ਇੱਧਰ ਫਰੋਲਿਆ ਤੇ ਕਹਿੰਦਾ ਦਿਨ ਤਾਂ ਭਾਈ ਬੜਾ ਚੰਗਾ ਆ, ਦਿਨ ਤੁਸੀਂ ਰੱਖ ਲਓ, ਪਰ ਇੱਕ ਥੋੜੀ ਜੀ ਨਾ ਵਿੱਚ ਅੜਚਨ ਜੀ ਆਉਂਦੀ ਹੈ, ਵਿਘਨ ਆਉਂਦਾ ਹੈ। ਇਹ ਕਹਿੰਦਾ ਪੰਡਤ ਜੀ ਦੱਸੋ? ਕਹਿੰਦਾ ਇੱਕ ਦੇਵਤਾ ਹੁੰਦਾ, ਉਹਨੂੰ ਕਪਾਹ ਦੇਵਤਾ ਆਖਦੇ ਨੇ। ਉਹ ਕਪਾਹ ਦੇਵਤਾ ਵਿਘਨ ਪਾ ਰਿਹਾ, ਥੋੜੀ ਜਿਹੀ ਅੜਚਲ ਪਾ ਰਿਹਾ ਤੇ ਆਪਾਂ ਉਹਦਾ ਕੋਈ ਇੰਤਜ਼ਾਮ ਕਰੀਏ। ਇਹ ਕਹਿੰਦਾ ਜੀ ਫਿਰ ਮੈਂ ਤਾਂ ਕੁਝ ਕਰ ਨਹੀਂ ਸਕਦਾ, ਤੁਸੀਂ ਫਿਰ ਕਪਾਹ ਦੇਵਤੇ ਨੂੰ ਖੁਸ਼ ਕਰੋ। ਕਹਿੰਦਾ ਤੂੰ ਇਸ ਤਰ੍ਹਾਂ ਕਰੀ, ਜਦੋਂ ਆਨੰਦ ਕਾਰਜਾਂ ਦਾ ਲਾਵਾਂ ਦਾ ਸਮਾਂ ਹੋਇਆ ਨਾ, ਉਦੋਂ
2 ਰਜਾਈਆਂ ਦਾ ਕੱਪੜਾ ਤੇ ਉਸ ਕੱਪੜੇ ਦੇ ਵਿੱਚ ਰੂੰ ਬੰਨ੍ਹ ਕੇ ਨਾ 2.5 ਕਿਲੋ ਸ਼ਾਇਦ ਰਜਾਈ 'ਚ ਪੈਂਦੀ ਹੈ, 2.5 ਕਿਲੋ ਰੂੰ ਬੰਨ੍ਹ ਕੇ ਤੇ 2 ਬੁਚਕੀਆਂ ਬੰਨ੍ਹ ਕੇ ਲੈ ਵੀ ਆਪਾਂ ਗੁੜੀਆ ਦੀ ਬੇਦੀ ਦੇ ਨਾਲ ਬੰਨ੍ਹ ਕੇ ਤੇ ਫੇਰੇ ਕਰ ਦੇਵਾਂਗੇ। ਕਪਾਹ ਦੇਵਤਾ ਖੁਸ਼ ਹੋ ਜਾਏਗਾ। ਇਹ ਹੁਣ ਵਿਚਾਰਾ ਜਦੋਂ ਘਰੇ ਗਿਆ ਤੇ ਮੂੰਹ ਲਮਕਾ ਕੇ ਗਿਆ ਏ। ਘਰ ਦੀ ਹੈਰਾਨ ਹੋ ਗਈ ਵੀ ਸਾਹਾ ਕਢਾਣ ਗਿਆ ਸੀ, ਇਹਨੇ ਤਾਂ ਖੁਸ਼ ਹੋਣਾ ਸੀਗਾ ਤੇ ਮੂੰਹ ਇਹਦਾ ਥੋੜਾ ਜਿਹਾ ਢਿੱਲਾ ਹੋਇਆ ਪਿਆ, ਲਮਕਿਆ ਪਿਆ। ਪੁੱਛਦੀ ਏ ਜੀ ਕੀ ਹੋਇਆ, ਖੈਰ ਤਾਂ ਹੈਗੀ? ਕਹਿੰਦਾ ਬਾਕੀ ਤਾਂ ਸਾਰਾ ਕੁਝ ਠੀਕ ਹੈ, ਬੜਾ ਸੋਹਣਾ ਦਿਨ ਨਿਕਲਿਆ ਹੈ, ਪਰ ਇੱਕ ਆ ਕਪਾਹ ਦੇਵਤਾ ਪਤਾ ਨਹੀਂ ਕੌਣ ਹੁੰਦਾ ਹੈ, ਇਹਨੇ ਆਣ ਕੇ ਵਿੱਚ ਲੱਤ ਡਾਲੀ ਏ। ਤੇ ਕਹਿੰਦੀ ਫਿਰ ਤੁਸੀਂ ਪੰਡਤ ਜੀ ਨੂੰ ਪੁੱਛ ਲੈਣਾ ਸੀ ਨਾ ਇਹਦਾ ਇਲਾਜ ਵੀ। ਕਹਿੰਦਾ ਪੁੱਛਿਆ, ਉਹ ਕਹਿੰਦਾ 10 ਕਿਲੋ ਰੂੰ 5 ਕਿਲੋ ਰੂੰ ਲੱਗੇਗੀ ਤੇ 2 ਰਜਾਈਆਂ ਦਾ ਕੱਪੜਾ ਲੱਗੇਗਾ। ਇਹ ਕਹਿੰਦੀ ਲੈ ਪੱਪੂ ਦਾ ਪਾਪਾ ਤੂੰ ਤਾਂ ਐਵੇਂ ਜੀ ਹੌਲਾ ਕਰ ਲੈਣਾ, ਆਪਾਂ ਗੁੜੀਆ ਦਾ ਜਦੋਂ ਦਾਜ ਬਣਾਉਣਾ ਹੈ ਤੇ ਥੋੜੀ ਜੀ ਰੂੰ ਹੈ ਜਿਹੜੀ ਜ਼ਿਆਦੀ ਬੁਲਾ ਲਵਾਂਗੇ। ਜਿੱਥੇ ਆਪਾਂ 4 ਬਿਸਤਰੇ 5 ਗੁੜੀਆ ਵਾਸਤੇ ਲੈਣੇ, ਉੱਥੇ 2 ਬਿਸਤਰਿਆਂ ਦਾ ਕੱਪੜਾ ਹੋਰ ਵੱਧ ਲੈ ਲਵਾਂਗੇ। ਸੋ ਇਸੇ ਤਰ੍ਹਾਂ ਹੀ ਹੋਇਆ। ਮੈਂ ਗੱਲ ਨੂੰ ਲਮਕਾਵਾਂ ਨਾ, ਸਮਾਂ ਆ ਗਿਆ ਆਨੰਦ ਕਾਰਜਾਂ ਦਾ, ਲਾਵਾਂ ਦਾ, ਫੇਰਿਆਂ ਦਾ। ਉਦੋਂ ਜਿਸ ਤਰੀਕੇ ਦੇ ਨਾਲ ਹੋਇਆ ਕਰਦੇ ਸਨ, ਜਦੋਂ ਸਮਾਂ ਆ ਗਿਆ ਤੇ ਹੁਣ ਫੇਰੇ ਹੋਣ ਲੱਗ ਗਏ ਨੇ ਤੇ ਗੁੜੀਆ ਦੇ ਦੁਆਰੇ ਵਿਚਾਰੀ ਦੇ 5 ਕਿਲੋ ਭਾਰ ਹੋਰ ਬੰਨ੍ਹ ਦਿੱਤਾ ਹੈ। ਬਰਾਤ ਦੇ ਵਿੱਚ ਵੀ ਇੱਕ ਪੰਡਤ ਆ ਗਿਆ। ਉਹ ਜਿਹੜਾ ਬਰਾਤ ਦੇ ਵਿੱਚ ਪੰਡਤ ਆਇਆ ਨਾ, ਉਹਨੇ ਆਖਿਆ ਜੇ ਮੈਂ ਪੰਜਾਬੀ 'ਚ ਪੁੱਛਿਆ ਤੇ ਇਹਨਾਂ ਸਾਰਿਆਂ ਨੂੰ ਸਮਝ ਲੱਗ ਜਾਣੀ ਹੈ। ਜਿਵੇਂ ਅੱਜ ਕੱਲ੍ਹ ਅੰਗਰੇਜ਼ੀ ਪ੍ਰਚਲਿਤ ਹੈ ਨਾ, ਅਸੀਂ ਅੰਗਰੇਜ਼ੀ ਜ਼ਿਆਦਾ ਬੋਲਦੇ ਹਾਂ। ਉਦੋਂ ਪਿਛਲੇ ਜ਼ਮਾਨੇ ਦੇ ਵਿੱਚ ਸੰਸਕ੍ਰਿਤੀ ਜਾਂ ਅਰਬੀ ਫਾਰਸੀ ਜ਼ਿਆਦਾ ਬੋਲੀ ਜਾਂਦੀ ਸੀ। ਜਿਹੜੇ ਤੁਹਾਨੂੰ ਪੁਰਾਣੇ ਗ੍ਰੰਥ ਮਿਲਣਗੇ ਨਾ ਲਿਖੇ ਹੋਏ, ਉਹ ਉਰਦੂ 'ਚ, ਅਰਬੀ 'ਚ, ਫਾਰਸੀ 'ਚ ਤੇ ਜਾਂ ਸੰਸਕ੍ਰਿਤੀ 'ਚ ਜ਼ਿਆਦਾ ਲਿਖੇ ਮਿਲਣਗੇ। ਇਹ ਹੁਣ ਸੰਸਕ੍ਰਿਤੀ ਬੋਲਦਾ ਵੀ ਕਿਸੇ ਪੰਜਾਬੀ ਨੂੰ ਪਤਾ ਨਾ ਲੱਗੇ ਤੇ ਅਸੀਂ ਪੰਡਤ ਆਪਸ ਵਿੱਚ ਗੱਲ ਕਰ ਲਵਾਂਗੇ। ਇਹ ਪੁੱਛਦਾ ਹੈ ਅਸ਼ਚਰਜੰ ਵਿਆਹੰ ਚਾਰੋ ਤਰਫ ਕਪਾਹੰ। ਹੁਣ ਅਗਲਾ ਪੰਡਤ ਸਮਝ ਗਿਆ ਵੀ ਇਹਨੂੰ ਭੇਤ ਆ ਗਿਆ ਵੀ ਇਹ ਕਪਾਹ ਹੁਣ ਕਿਵੇਂ ਆ। ਉਹ ਕਹਿੰਦਾ ਹੈ ਚੁੱਪ ਗੁੜਪੰ ਮੁਗਦੰ ਲੁੱਟਿਯੰ ਸਵਾਹ, ਨਾਲੇ ਸਮਗਰੀ ਪਾ ਦਿੰਦਾ ਹੈ। ਉਹ ਇਸ ਤਰ੍ਹਾਂ ਫਿਰ ਸਾਨੂੰ ਡਰਾ ਕੇ ਇਹ ਲੁੱਟਦੇ ਨੇ ਭਾਈ। ਹੁਣ ਗੁਰੂ ਮਹਾਰਾਜ ਜੀ ਇੱਥੇ ਕਹਿੰਦੇ ਨੇ ਪਾਂਡੇ ਸੱਚ ਕਹੀਏ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਇਹ 904 ਅੰਗ ਤੇ ਪਾਵਨ ਸ਼ਬਦ ਰਾਮਕਲੀ ਰਾਗ ਦੇ ਵਿੱਚ ਮੈਂ ਅੰਗ ਇਸ ਵਾਸਤੇ ਦੱਸਦਾ ਵੀ ਕਿਸੇ ਨੂੰ ਗੁੱਸਾ ਲੱਗੇ ਨਾ, ਧਿਆਨ ਕੇ ਗੁਰਬਾਣੀ ਪੜ੍ਹ ਲੈ। 904 ਅੰਗ ਤੇ ਕਥਾ ਚੱਲ ਰਹੀ ਏ। ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਰਾਮਕਲੀ ਰਾਗ ਹੈ। ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਗੁਰੂ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਨੇ ਆਖਿਆ ਹੈ ਪੰਡਤ ਜੀ ਕਿਉਂ ਝੂਠ ਬੋਲਦਾ? ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਅੰਤਰਜਾਮੀ ਸੀ, ਉਹਨੂੰ ਸਾਰਾ ਪਤਾ ਸੀ। ਤੇ ਇਸ ਦੇ ਨਾਲ ਜੋ ਉਸ ਸਮੇਂ ਪੰਡਤ ਹਰਦਿਆਲ ਸੀ ਭਾਈ, ਉਹਨੂੰ ਥੋੜੀ ਜੀ ਸੋਝੀ ਆ ਗਈ ਵੀ ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ। ਉਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਕਲਿਆਣ ਦਾਸ ਨੂੰ ਵੀ ਕੋਈ ਵਿਗਨ ਨਹੀਂ, ਤੁਸੀਂ ਵਿਆਹ ਕਰ ਲਓ ਜੀ। ਮੈਂ ਜਾਏ ਸ਼ਬਦ ਕਰ ਰਹੀ ਹੈ। ਹਉਮੈ ਦਾ ਅਰਥ ਹੁੰਦਾ ਹਉ ਮੈਂ। ਇਹ 2 ਸ਼ਬਦ ਨੇ, ਹਉ ਮੈਂ। ਇਹਦੀ ਸਮਝ ਆਉਂਦੀ ਹੈ ਬਿਲਾਵਲ ਰਾਗ ਦੇ ਵਿੱਚ ਸ਼ਬਦ ਹੈ ਭਗਤ ਸਧਨਾ ਜੀ ਦਾ। ਉਹਦੀਆਂ ਆਖਰੀ ਤੁਕਾਂ ਦੇ ਵਿੱਚ ਭਗਤ ਸਧਨਾ ਜੀ ਨੇ ਇਹਦਾ ਆਪ ਹੀ ਖੁਲਾਸਾ ਕੀਤਾ। ਹਉਮੈ ਕੀਤੀ, ਮੈਂ ਨਹੀਂ ਕੁਛ ਹੋ ਨਹੀਂ। ਉਹ ਕਹਿੰਦਾ ਮੈਂ ਤਾਂ ਹੋਵੇ ਤੇ ਮਗਰੋਂ ਹਉਮੈ ਜਿਹੜੀ ਉਹ ਖਤਮ ਹੋ ਜਾਵੇ। ਹੋ ਮੈਂ, ਜੇ ਅੱਗੇ ਹੋਏ ਨਾ ਤੇ ਮੈਂ ਪਿੱਛੇ, ਤੇ ਫਿਰ ਇਹ ਵਕਾਰ ਏ। ਜੇ ਹੋ ਮੈਂ, ਹੋ ਦਾ ਅਰਥ ਹੁੰਦਾ ਉਹ ਜਿਹੜੀ ਚੀਜ਼ ਮੈਨੂੰ ਦਿਸਦੀ ਮੈਂ, ਉਹ ਮੇਰੀ ਹੋ ਜਾਵੇ, ਇਹ ਤਾਂ ਹੈਗੀ ਹਉਮੈ। ਤੇ ਜੇ ਮੈਂ ਹੋ, ਮੈਂ ਪਹਿਲੂ ਆ ਗਿਆ ਵੀ ਮੈਂ ਹੋ ਜਿਹੜਾ ਗਰੀਬ ਹੈ ਨਾ, ਮੈਂ ਉਹਨੂੰ ਆ ਚੀਜ਼ ਦੇ ਦੇਵਾਂ, ਇਹ ਉਲਟ ਹੋ ਗਿਆ ਨਾ। ਹਉਮੈ ਜਾਏ ਸ਼ਬਦ ਕਰ ਲਈਏ। ਜਦੋਂ ਤੱਕ ਸਾਡੇ ਅੰਦਰੋਂ ਹਉਮੈ ਦਾ ਨਾਸ ਨਹੀਂ ਨਾ ਹੁੰਦਾ, ਉਦੋਂ ਤੱਕ ਸਾਡੇ ਨਾਮ ਹੈ ਗੁਰਬਾਣੀ ਦਾ ਜੋ ਉਪਦੇਸ਼ ਹੈ, ਇਹ ਸਾਡੇ ਅੰਦਰ ਉਦੋਂ ਤੱਕ ਨਹੀਂ ਵਸਦਾ ਹੈ ਜੀ। ਗਣ ਗਣ ਜੋਤਕ ਕਾਂਡੀ ਕੀਨੀ। ਅੱਗੇ ਧੰਨ ਗੁਰੂ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਵਿਸ਼ਰਾਮ ਲਾ ਕੇ ਨਾ ਹੋਰ ਖੁਲਾਸਾ ਕਰਦੇ ਨੇ। ਗਣ ਗਣ, ਗਣ ਗਣ ਦਾ ਅਰਥ ਹੁੰਦਾ ਗਿਣਤੀ। ਇਹਨਾਂ ਨੂੰ ਨਾ ਗਿਣਨਾ ਪੈਂਦਾ ਹੈ। ਜਿਵੇਂ ਮੈਥ ਦਾ ਸਵਾਲ ਹੈ ਨਾ, ਉਸ ਤਰ੍ਹਾਂ ਇਹਦੀ ਸਾਰੇ ਨਛੱਤਰਾਂ ਦੀ, ਸਾਰੀਆਂ ਰਾਸ਼ੀਆਂ ਦੀ ਗਿਣਤੀ ਕਰਨੀ ਪੈਂਦੀ ਹੈ। ਜਿਵੇਂ ਆਪਾਂ ਕੋਈ ਦਿਨ ਕੱਢਣਾ ਹੋਵੇ ਤੇ ਹੁਣ ਤਾਂ ਪਤਾ ਨਹੀਂ ਪਈ, ਪਹਿਲੂ ਨਾ ਇੱਕ ਸਾਡੇ ਮੈਥ ਦੇ ਵਿੱਚ ਉਹਨੂੰ ਜੰਤਰੀ ਕਹਿੰਦੇ। ਉਹ ਇੱਕ
ਵੱਖਰੇ ਤੌਰ ਤੇ ਇੱਕ ਚੈਪਟਰ ਹੁੰਦਾ ਸੀ, ਉਹਦੇ ਵਿੱਚ ਕਿਸੇ ਸਾਲ ਦਾ ਕੋਈ ਦਿਨ ਮਰਜ਼ੀ ਕੱਢ ਲਓ ਤੁਸੀਂ। ਇੱਕ ਮੈਥ ਦੇ ਵਿੱਚ ਤਰੀਕਾ ਹੁੰਦਾ ਸੀ, ਉਸ ਤਰੀਕੇ ਦੇ ਨਾਲ ਕਿਸੇ ਦਿਨ ਨੂੰ ਕਿਸੇ ਸਾਲ ਦੇ ਮਰਜ਼ੀ, ਜੇ ਸਾਨੂੰ ਤਰੀਕ ਯਾਦ ਹੈ ਨਾ ਤੇ ਦਿਨ ਦਾ ਨਹੀਂ ਪਤਾ ਵੀ ਉਸ ਦਿਨ ਕਿਹੜਾ ਸੀ, ਤੇ ਉਹ ਦਿਨ ਕੱਢਿਆ ਜਾਂਦਾ ਸੀ। ਹੁਣ ਬੰਦ ਹੋ ਗਿਆ, ਅੱਜ ਕੱਲ੍ਹ ਦੇ ਮੈਥ ਦੇ ਵਿੱਚ ਉਹ ਨਹੀਂ ਆਉਂਦਾ। ਪੁਰਾਣੇ ਜਿਹੜੇ ਪੜ੍ਹੇ ਹੋਏ ਨੇ ਨਾ ਮੇਰੇ ਨਾਲ ਦੇ, ਇਹ ਸ਼ਾਇਦ 8ਵੀਂ ਕਲਾਸ ਦੇ ਮੈਥ ਦੇ ਵਿੱਚ ਅਸੀਂ ਪੜ੍ਹਿਆ ਸੀ, ਤੇ ਜਦੋਂ ਮੈਂ ਪੜ੍ਹਾਉਣ ਲੱਗ ਗਿਆ ਸੀ ਉਦੋਂ ਨੂੰ ਬੰਦ ਹੋ ਗਿਆ ਸੀ। ਗਣ ਦਾ ਅਰਥ ਹੁੰਦਾ ਗਣਿਤ ਦੇ ਅਕੋਰਡਿੰਗ ਗਿਣਤੀ ਕਰਨੀ, ਇਹਨਾਂ ਦੇ ਜੋੜ ਘਟਾ ਕਰਨੇ ਪੈਂਦੇ ਨੇ ਸਾਰਿਆਂ ਦੇ। ਇਹ ਸਾਰੇ ਮਹੀਨੇ ਨੇ ਜਿਹੜੇ 30 ਦਿਨਾਂ ਦੇ ਨਹੀਂ ਹੁੰਦੇ, ਭਾਵੇਂ ਉਹ ਚੰਦ ਦਾ ਮਹੀਨਾ ਹੈ, ਭਾਵੇਂ ਸੂਰਜ ਦਾ ਮਹੀਨਾ ਹੈ, ਭਾਵੇਂ ਉਹ ਈਸਾਈ ਮਹੀਨਾ ਹੈ, ਜਿਹੜਾ ਮਰਜ਼ੀ ਮਹੀਨਾ, ਭਾਵੇਂ ਉਹ ਮੁਸਲਮਾਨਾਂ ਦੇ ਮਹੀਨੇ ਨੇ। ਜਿਹੜੇ ਮਹੀਨੇ ਨੇ ਨਾ ਇਹ ਸਾਰੇ 30 ਦਿਨਾਂ ਦੇ ਨਹੀਂ ਹੁੰਦੇ। ਹੁਣ ਵੇਖੋ ਤੁਸੀਂ, ਕਈ ਵਾਰੀ ਵੇਖਿਆ ਉਹਨੇ ਮੱਸਿਆ 2 ਆ ਗਈਆਂ, 2 ਮੱਸਿਆ ਆ ਗਈਆਂ ਤੇ 31 ਦਾ ਮਹੀਨਾ ਹੋ ਗਿਆ। ਅੱਜ ਵੀ ਪੂਰਨਮਾਸੀਆਂ 2 ਨੇ, 31 ਦਾ ਮਹੀਨਾ ਹੋ ਗਿਆ। ਤੇ ਇਸੇ ਤਰ੍ਹਾਂ ਸਾਡੇ ਦੇਸੀ ਮਹੀਨੇ ਜਿਹੜੇ ਸੂਰਜ ਵਾਲੇ ਨੇ ਉਹ ਵੀ ਕੋਈ 30 ਦਾ, ਕੋਈ 31 ਦਾ। ਇਸੇ ਤਰ੍ਹਾਂ ਅੰਗਰੇਜ਼ੀ ਮਹੀਨੇ ਵੀ ਵੱਧਦੇ ਘਟਦੇ ਨੇ, ਇਹਨਾਂ ਦੀ ਫਿਰ ਪੂਰੀ ਗਿਣਤੀ ਕਰਨੀ ਪੈਂਦੀ ਏ। ਗਣ ਜੋਤਕ ਵਿਦਿਆ ਇੱਕ ਮੈਥ ਦੀ ਤਰ੍ਹਾਂ ਹੈ, ਇਹਨੂੰ ਗਿਣਨਾ ਪੈਂਦਾ ਹੈ। ਕਾਂਡੀ ਦਾ ਅਰਥ ਹੁੰਦਾ ਜਨਮ ਪੱਤਰੀ। ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਨਾ, ਉਹਦੇ ਜਨਮ ਦੀ ਤਰੀਕ ਨੂੰ, ਜਨਮ ਦੇ ਮਹੂਰਤ ਨੂੰ, ਇਹ ਜਿਹੜੇ ਨਛੱਤਰ ਨੇ 2.25 ਇਹਨਾਂ ਦਾ ਇੱਕ ਮਹੂਰਤ ਵੀ ਬਣਦਾ। ਮੈਂ ਪਿੱਛੇ ਛੱਡ ਗਿਆ ਸੋ ਉਸੇ ਦੱਸਣਾ ਭੁੱਲ ਗਿਆ। ਉਸ ਸਮੇਂ ਦੀ ਤਰੀਕ ਨੂੰ ਲੈ ਕੇ, ਦਿਨ ਵਾਰ ਨੂੰ ਲੈ ਕੇ, ਇੱਥੋਂ ਤੱਕ ਕਿ ਇਹ ਵੀ ਖਿਆਲ ਰੱਖਦੇ ਨੇ ਕਿ ਜਦੋਂ ਬੱਚੇ ਨੇ ਜਨਮ ਲਿਆ ਮਾਤਾ ਦਾ ਸਿਰ ਕਿਹੜੇ ਪਾਸੇ ਸੀ, ਇਹ ਵੀ ਧਿਆਨ ਰੱਖਣਾ ਪੈਂਦਾ ਇਹਦੇ ਤੇ। ਗਣ ਜੋਤਕ ਕਾਂਡੀ ਕੀਨੀ, ਬੱਚੇ ਦੀ ਨਾ ਜਨਮ ਪੱਤਰੀ ਜਦੋਂ ਬਣਾਉਂਦੇ ਨੇ, ਕਾਂਡੀ ਦਾ ਅਰਥ ਹੁੰਦਾ ਜਨਮ ਪੱਤਰੀ। ਜਦੋਂ ਬੱਚੇ ਦੀ ਜਨਮ ਪੱਤਰੀ ਬਣਾਉਂਦੇ ਨੇ ਭਾਈ, ਇਸ ਤਰ੍ਹਾਂ ਪੂਰੀ ਗਿਣਤੀ ਮਿਣਤੀ ਕਰਨੀ ਪੈਂਦੀ ਹੈ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਸ ਤਰ੍ਹਾਂ ਗਿਣਤੀਆਂ ਮਿਣਤੀਆਂ ਬਣਾ ਕੇ ਜਿਹੜੀ ਜਨਮ ਪੱਤਰੀ ਹੈ ਜੀ, ਪੜ੍ਹੈ ਸੁਨਾਵੈ ਤਤ ਨਾ ਚੀਨੀ, ਉਸ ਨੂੰ ਪੜ੍ਹ ਵੀ ਲੈਂਦੇ ਨੇ ਤੇ ਮਾਪਿਓ ਨੂੰ ਸੁਣਾ ਵੀ ਦਿੰਦੇ ਨੇ ਵੀ ਇਸ ਬੱਚੇ ਤੇ ਇਸ ਸਮੇਂ ਇਸ ਤਰ੍ਹਾਂ ਦਾ ਸਮਾਂ ਆਏਗਾ, ਜਦੋਂ ਇਹਦੀ ਇੰਨੀ ਉਮਰ ਹੋਏਗੀ, ਆ ਇਹਦੇ ਤੇ ਇਹ ਗ੍ਰਹਿਣ ਲੱਗ ਜਾਣਾ, ਇਸ ਤਰ੍ਹਾਂ ਤਤ ਨਾ ਚੀਨੀ। ਪਰ ਉਹਦੇ ਪਿੱਛੇ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਨਹੀਂ ਜਾਣਿਆ, ਉਸ ਪਰਮਾਤਮਾ ਨੂੰ ਨਹੀਂ ਜਾਣਿਆ। ਇੱਥੇ ਗੁਰੂ ਨਾਨਕ ਦੇਵ ਜੀ ਇਸ ਵਾਸਤੇ ਸਾਨੂੰ ਸਮਝਾ ਰਹੇ ਨੇ। ਮੰਨ ਲਓ ਕਿਸੇ ਨੇ ਕਹਿ ਦਿੱਤਾ ਨਾ ਵੀ ਇਹਦੇ ਤੇ ਸਮਾਂ ਮਾੜਾ ਹੈ, ਜੋ ਬੰਦਗੀ ਕਰਨ ਲੱਗ ਗਿਆ ਤੇ ਸਮਾਂ ਮਾੜਾ ਟਲ ਜਾਣਾ ਜੇ। ਇਹ ਮੇਨ ਗੱਲ ਇਹ ਹੈ ਵੀ ਜੇ ਕਿਸੇ ਪੰਡਤ ਨੇ ਕਹਿ ਦਿੱਤਾ ਨਾ ਇਹਦੇ ਤੇ ਸਮਾਂ ਮਾੜਾ ਹੈ, ਤੇ ਜੇ ਉਹ ਬੰਦਗੀ ਕਰਨ ਲੱਗ ਗਿਆ, ਸਿਮਰਨ ਕਰਨ ਲੱਗ ਗਿਆ, ਤੇ ਉਹ ਮਾੜਾ ਸਮਾਂ ਜਿਹੜਾ ਉਹ ਟਲ ਜਾਂਦਾ। ਮੈਂ ਇੱਕ ਨਿੱਕੀ ਜੀ ਸਾਖੀ ਸੁਣਾਨਾ ਆਪ ਜੀ ਨੂੰ। ਇੱਕ ਸੰਤ ਮਹਾਤਮਾ ਸੀ ਤੇ ਇੱਕ ਮਾਈ ਸੀ, ਉਹਦੇ ਘਰੇ ਔਲਾਦ ਨਹੀਂ ਸੀ ਹੋ ਰਹੀ, ਬੱਚਾ ਨਹੀਂ ਸੀ ਹੁੰਦਾ। ਉਹ ਮਾਈ ਉਹ ਸੰਤ ਮਹਾਤਮਾ ਦੀ ਸੇਵਾ ਕਰਨ ਲੱਗ ਗਈ। ਜਦੋਂ ਸੰਤ ਮਹਾਤਮਾ ਦੀ ਸੇਵਾ ਕਰਨ ਲੱਗ ਗਈ ਤੇ ਸੇਵਾ ਕਰਦੀ ਨੂੰ ਕਈ ਮਹੀਨੇ ਗੁਜ਼ਰ ਗਏ। ਇੱਕ ਦਿਨ ਸੰਤ ਮਹਾਤਮਾ ਨੇ ਪੁੱਛਿਆ, ਮਾਈ ਰੋਜ਼ ਹੀ ਸੇਵਾ ਕਰਨ ਆਉਂਦੀ ਹੈ ਤੇ ਆਪਾਂ ਇਹਨੂੰ ਪੁੱਛੇ ਨਹੀਂ ਵੀ ਕਿਉਂ ਸੇਵਾ ਕਰਦੀ, ਕੀ ਕਾਮਨਾ, ਇਹਦੀ ਇੱਛਾ। ਉਹਨੂੰ ਇੱਕ ਦਿਨ ਸੰਤ ਮਹਾਤਮਾ ਪੁੱਛਦੇ ਨੇ, ਮਾਈ ਦੱਸ ਤੇਰੀ ਇੱਛਾ ਕੀ ਹੈ, ਤੂੰ ਕਿਉਂ ਸੇਵਾ ਇੰਨੀ ਕਰਦੀ ਹੈ? ਇਹ ਕਹਿੰਦੀ ਜੀ ਮੈਂ ਬੇ ਔਲਾਦ ਆ, ਮੇਰੇ ਕੋਲ ਬੱਚਾ ਨਹੀਂ ਹੈਗਾ, ਤੇ ਜੇ ਤੁਸੀਂ ਮੇਰੇ ਤੇ ਕਿਰਪਾ ਕਰਦੇ ਹੋ ਤੇ ਮੈਂ ਬੱਚੇ ਵਾਲੀ ਹੋ ਜਾਵਾਂ। ਇਹਨਾਂ ਸੰਤਾਂ ਨੇ ਕਹਿ ਦਿੱਤਾ, ਚੰਗਾ ਭਾਈ ਗੁਰੂ ਕਿਰਪਾ ਕਰੇਗਾ, ਆਪਾਂ ਅਰਦਾਸ ਬੇਨਤੀ ਕਰਦੇ ਹਾਂ ਤੇ ਤੇਰੇ ਔਲਾਦ ਹੋ ਜਾਏਗੀ, ਬੱਚਾ ਹੋ ਜਾਏਗਾ। ਸੋ ਇਹ ਮਾਈ ਦੇ ਬੱਚਾ ਹੋ ਗਿਆ। ਜਦੋਂ ਬੱਚਾ ਹੋ ਗਿਆ ਤੇ ਫਿਰ ਪੰਡਿਤ ਕੋਲ ਲੈ ਕੇ ਚਲੀ ਗਈ ਹੈ। ਪੰਡਿਤ ਨੇ ਉੱਥੇ ਪੂਰੀ ਗਣ ਜੋਤਕ ਕਾਂਡੀ ਕੀਨੀ, ਉਹ ਬੱਚੇ ਦੀ ਨਾ ਫਿਰ ਪੂਰੀ ਜਨਮ ਤਰੀਕ ਨੂੰ ਲੈ ਕੇ ਸਾਰੀਆਂ ਦਿਸ਼ਾਵਾਂ ਦਾ ਧਿਆਨ ਰੱਖ ਕੇ, ਨਛੱਤਰਾਂ ਦਾ ਧਿਆਨ ਰੱਖ ਕੇ ਜਦੋਂ ਜਨਮ ਪੱਤਰੀ ਬਣਾਈ ਨਾ, ਤੇ ਉਹਦੇ ਚ ਉਮਰ ਆਵੇ ਇਹਦੀ 12 ਸਾਲ ਦੀ, ਇਹਨੇ ਮਰ ਜਾਣਾ ਹੈ। ਜਦੋਂ ਪੰਡਿਤ ਨੇ ਦੱਸਿਆ ਵੀ ਇਹਨੇ ਤਾਂ 12 ਸਾਲ ਦੇ ਨੇ ਹੋ ਕੇ ਮਰ ਜਾਣਾ, ਤੇ ਫਿਰ ਸਾਧੂ ਕੋਲੇ ਆ ਗਈ, ਕਹਿੰਦੀ ਜੀ ਆ ਲੋ ਤੁਹਾਡਾ, ਤੁਸੀਂ ਸੰਭਾਲ ਲਓ। ਕਹਿੰਦੇ ਕੀ ਗੱਲ ਭਾਈ, ਤੂੰ ਤਾਂ ਸੇਵਾ ਕਰਕੇ ਲਿਆ ਸੀ ਤੇ ਹੁਣ ਇੱਥੇ ਛੱਡ ਚੱਲੀ ਹੈ? ਕਹਿੰਦੀ ਜੀ ਇਹਨੇ 12 ਸਾਲ ਨੂੰ ਮੈਨੂੰ ਫਿਰ ਐਵੇਂ ਦੀ ਕਰ ਜਾਣਾ, ਤੇ ਮੈਂ ਇਹਦੇ ਨਾਲ 12 ਸਾਲ ਦਾ ਮੋਹ ਹੀ ਕਿਉਂ ਪਾਵਾਂ, ਇਦੋਂ ਤਾਂ ਮੈਂ ਇਸ ਤਰ੍ਹਾਂ ਹੀ ਚੰਗੀ ਆ। ਉਹ ਕਹਿੰਦਾ ਵੀ ਤੈਨੂੰ ਕਿੰਨੇ ਦੱਸਿਆ? ਕਹਿੰਦੀ ਜੀ ਇਸ ਤਰ੍ਹਾਂ ਮੈਂ ਇਹਦੀ ਜਨਮ ਪੱਤਰੀ ਬਣਵਾਈ ਹੈ ਤੇ ਪੰਡਿਤ ਨੇ ਆਖਿਆ ਇਹਨੇ 12 ਸਾਲਾਂ ਬਾਅਦ ਮਰ ਜਾਣਾ ਹੈ। ਤੇ ਉਹਨਾਂ ਸੰਤਾਂ ਨੇ ਨਾ ਉਹਦੇ ਮੱਥੇ ਦੇ ਵਿੱਚ ਪੈਰ ਦਾ ਅੰਗੂਠਾ ਸੀ ਜਿਹੜਾ ਇਹ ਲਾ ਲਿਆ। ਕਹਿੰਦੇ ਚੰਗਾ ਹੁਣ ਜਾ ਕੇ ਤੇਰੇ ਪੰਡਿਤ ਨੂੰ ਪੁੱਛ, ਜੇ ਉਹਨੇ ਹੁਣ ਕਹਿ ਦਿੱਤਾ ਨਾ 12 ਸਾਲ ਦਾ, ਤੇ ਫਿਰ ਭਾਈ ਤੂੰ ਸਾਡੇ ਕੋਲ ਛੱਡ ਜੀ। ਦੁਬਾਰਾ ਫਿਰ ਜਦੋਂ ਪੰਡਿਤ ਕੋਲ ਗਈ, ਉਹ ਕਹਿੰਦਾ ਜੀ ਇਹਦੀ ਤਾਂ ਉਮਰ 120 ਸਾਲ ਹੋ ਗਈ ਏ। ਸੋ ਗੁਰੂ ਮਹਾਰਾਜ ਜੀ ਇਹ ਦੱਸਦੇ ਨੇ,
ਉਸ ਦਾ ਨਾਮ ਤੇ ਉਸ ਦੇ ਭਗਤ ਉਹ ਇਸ ਪਾਬੰਦੀ ਦੇ ਵਿੱਚ ਨਹੀਂ ਜੀ ਆਉਂਦੇ। ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਜਿਨ੍ਹਾਂ ਨੂੰ ਆਪਾਂ ਪੂਰਨ ਸੰਤ ਸਾਧੂ ਆਖਦੇ ਆ, ਉਹ ਤੇ ਇੱਕੋ ਪਰਮਾਤਮਾ, ਉਹ ਭਾਈ ਇਹਨਾਂ ਦੇ ਇਸ ਚੱਕਰ ਦੇ ਵਿੱਚ ਨਹੀਂ ਆਉਂਦਾ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਗਣ ਗਣ ਜੋਤਕ ਕਾਂਡੀ ਕੀਨੀ, ਪੜੇ ਸੁਣਾਵੇ ਤਤ ਨਾ ਚੀਨੀ। ਤਤ ਸਰੂਪ ਪਰਮਾਤਮਾ ਦਾ ਨਾਮ ਹੈ, ਬੰਦਗੀ। ਹੁਣ ਇਹਨਾਂ ਨੂੰ ਇਹ ਤਾਂ ਨਹੀਂ ਪਤਾ ਵੀ ਇਹ ਬੰਦੇ ਨੇ ਕਿੰਨੀ ਬੰਦਗੀ ਕਰ ਲੈਣੀ ਹੈ, ਕਿੰਨਾ ਸਿਮਰਨ ਕਰ ਲੈਣਾ, ਤੇ ਇਹਦੇ ਕਰਮ ਗੁਰੂ ਨੇ ਕਿਸ ਤਰ੍ਹਾਂ ਕੱਟਦੇ ਨੇ। ਹਾਂਜੀ, ਸਭ ਸੇ ਉਪਰ ਗੁਰ ਸ਼ਬਦ ਵਿਚਾਰ। ਹੁਣ ਸਾਰਿਆਂ ਤੋਂ ਸ੍ਰੇਸ਼ਟ ਕਿਹੜੀ ਗੱਲ ਏ? ਗੁਰੂ ਦਾ ਸ਼ਬਦ ਹੈ, ਜਿਹੜਾ ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ ਨਾ, ਇਹ ਸਾਰਿਆਂ ਤੋਂ ਸ੍ਰੇਸ਼ਟ ਹੈ, ਸਾਰਿਆਂ ਤੋਂ ਉੱਤਮ ਹੈ ਜੀ। ਹੋਰ ਕਥਨੀ ਬਦੋ ਨ ਸਗਲੀ ਛਾੜ। ਹੋਰ ਕਥਨੀ ਬਦੋ ਨਾ ਸਗਲੀ ਛਾੜ। ਗੁਰੂ ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਉੱਪਰ ਜਿਹੜੀ ਹੈ ਨਾ, ਇਹ ਗੁਰੂ ਦੇ ਸ਼ਬਦ ਦੀ ਵਿਚਾਰ ਹੈ। ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਣਾ, ਇੱਥੇ ਇਸ ਤਰ੍ਹਾਂ ਸਮਝਣਾ ਹੈ ਵੀ ਅਸੀਂ ਵਿਚਾਰਵਾਨ ਹੋਣਾ ਹੈ ਗੁਰੂ ਦੀ ਸ਼ਬਦ ਵਾਲੇ। ਅਸੀਂ ਜੋਤਕ ਵਿਦਿਆ ਦੀ ਵਿਚਾਰਵਾਲ ਵਾਲੇ ਨਹੀਂ ਹੋਣਾ। ਵਿਦਿਆ 14 ਪ੍ਰਕਾਰ ਦੀਆਂ ਨੇ, ਇਹ ਵੀ ਇੱਕ ਵਿਦਿਆ ਹੈ। ਜੋਤਕ ਵਿਦਿਆ, ਸ਼ਸਤਰ ਵਿਦਿਆ ਹੈ, ਅਧਿਆਤਮਿਕ ਵਿਦਿਆ, ਇਹ ਵਿਦਿਆ ਨੇ। ਸੰਗੀਤਿਕ ਵਿਦਿਆ, ਇਹ 14 ਪ੍ਰਕਾਰ ਦੀਆਂ ਵਿਦਿਆ ਮੰਨੀਆਂ ਗਈਆਂ ਨੇ। ਇਹ 14 ਵਿਦਿਆ ਦੇ ਵਿੱਚ ਇੱਕ ਵਿਦਿਆ ਜ਼ਰੂਰ ਹੈ। ਇਹਨੂੰ ਵਿਦਿਆ ਕਰਕੇ ਜ਼ਰੂਰ ਮੰਨ ਲੈਣਾ, ਪਰ ਅਸੀਂ ਬਣੇ ਰਹਿਣਾ ਗੁਰੂ ਦੀ ਵਿਚਾਰ ਵਾਲੇ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਡੇ ਕਸ਼ਟ ਦੁੱਖ ਦੂਰ ਕਰਨ ਵਾਲੇ ਨੇ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਸਾਰਿਆਂ ਤੋਂ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਜਿਹੜੀ, ਇਹ ਉੱਪਰ ਹੈ। ਭਾਵ ਜਿਹੜਾ ਗੁਰਸਿੱਖ ਗੁਰਮੁਖ ਪਿਆਰਾ ਗੁਰੂ ਦੇ ਸ਼ਬਦ ਦੀ ਵਿਚਾਰ ਵਾਲਾ ਹੋ ਗਿਆ ਨਾ, ਉਹ ਇਹ ਸਮੇਂ ਦੀਆਂ ਜਿਹੜੀਆਂ ਇਹ ਪਾਬੰਦੀਆਂ ਨੇ, ਇਹਨਾਂ ਤੋਂ ਉੱਪਰ ਹੋ ਗਿਆ। ਹੋਰ ਕਥਨੀ ਬਦੋ ਨਾ, ਹੋਰ ਕਥਨੀ ਬਦੋ ਨਾ, ਇੱਥੇ ਵਿਸ਼ਰਾਮ ਲਾਣਾ। ਸਗਲੀ ਛਾੜ, ਹੋਰ ਕਥਨੀ, ਕਥਨੀ ਗੱਲ ਕਰਨੀ, ਬਦੋ ਨਾ ਵਧਾਉਣਾ। ਬਦੋ ਦਾ ਅਰਥ ਹੈ ਵਧਾਉਣਾ। ਹੋਰ ਕਥਨੀ ਬਦੋ, ਬਦੋ ਦਾ ਅਰਥ ਹੁੰਦਾ ਵਧਾਉਣਾ ਨਾ। ਹੋਰ ਜਿਹੜੀ ਗੱਲ ਹੈ ਉਹਨੂੰ ਆਪਾਂ ਵਧਾਉਣਾ ਨਾ ਕਰੀਏ। ਸਗਲੀ ਛਾੜ, ਜੇ ਹੋਰ ਗੱਲ ਨੂੰ ਆਪਾਂ ਵਧਾਉਂਦੇ ਆ ਤੇ ਫਿਰ ਉਹ ਸੁਆਹ ਹੈ। ਮੈਂ ਫਿਰ ਥੋੜਾ ਜਿਹਾ ਯਤਨ ਕਰਾਂ ਗੱਲ ਦੀ ਸਮਝ ਆਵੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਅਸੀਂ ਗੁਰੂ ਦੀ ਸ਼ਬਦ ਦੇ ਨਾਲ ਜੁੜ ਜਾਈਏ, ਗੁਰੂ ਦੀ ਸ਼ਬਦ ਦੇ ਵਿਚਾਰ ਵਾਲੇ ਹੋ ਜਾਈਏ, ਗੁਰੂ ਤੇ ਭਰੋਸਾ ਕਰਕੇ ਸਾਰਾ ਕੁਝ ਗੁਰੂ ਤੇ ਹੀ ਛੱਡ ਦਈਏ। ਹੋਰ ਕਥਨੀ ਬਦੋ ਨਾ, ਹੋਰ ਗੱਲ ਨੂੰ ਵਧਾਉਣਾ ਨਾ ਕਰੀਏ। ਗੱਲ ਕਿਵੇਂ ਵੱਧਦੀ ਹੈ? ਜਦੋਂ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਪੈ ਜਾਂਦੇ ਫਿਰ ਗੱਲ ਵੱਧ ਜਾਂਦੀ ਹੈ। ਜਦੋਂ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਪੈ ਜਾਂਦੇ ਆ ਨਾ, ਫਿਰ ਗੱਲ ਵੱਧ ਜਾਂਦੀ ਹੈ। ਮੈਂ ਥੋੜਾ ਜਿਹਾ ਸਮਝਾਵਾਂਗਾ, ਸ਼ਾਇਦ ਆਪ ਨੂੰ ਹੋਰ ਵੀ ਜ਼ਿਆਦਾ ਸਮਝ ਆ ਜਾਵੇ। ਜਿਵੇਂ ਅਸੀਂ ਗੁਰੂ ਘਰ ਆ ਕੇ ਆਣ ਕੇ ਅਰਦਾਸ ਕਰ ਲਈ, ਹੈ ਸੱਚੇ ਸਤਿਗੁਰੂ ਜੀ ਕਿਰਪਾ ਕਰੋ, ਅਸੀਂ ਬੱਚੀ ਤੇ ਬੱਚੇ ਦਾ ਕਾਰਜ ਕਰਨਾ ਹੈ, ਤੇ ਗੁਰੂ ਮਹਾਰਾਜ ਜੀ ਨੇ ਹੁਕਮਨਾਮਾ ਦੇ ਦਿੱਤਾ, ਅਸੀਂ ਕਾਰਜ ਕਰ ਲਿਆ। ਨਾਲੇ ਤਾਂ ਅਸੀਂ ਗੁਰੂ ਘਰ ਆਣ ਕੇ ਅਰਦਾਸ ਕਰ ਲਈ, ਨਾਲੇ ਫਿਰ ਪੰਡਿਤ ਕੋਲੇ ਚਲੇ ਗਏ। ਪੰਡਿਤ ਕੋਲੇ ਜਦੋਂ ਚਲੇ ਗਏ, ਉਹਨੇ ਸਾਨੂੰ ਚੱਕਰ 'ਚ ਪਾ ਦਿੱਤਾ। ਫਿਰ ਗੁਰੂ ਤੇ ਭਰੋਸਾ ਤਾਂ ਰਿਹਾ ਹੀ ਨਾ, ਫਿਰ ਗੱਲ ਵੱਧ ਗਈ ਨਾ। ਫਿਰ ਆਣ ਕੇ ਬਾਬਾ ਜੀ ਨੂੰ, ਗ੍ਰੰਥੀ ਸਿੰਘ ਨੂੰ ਜਾਂ ਮੈਨੂੰ ਜਾਂ ਬਾਬਾ ਜੋਗਿੰਦਰ ਸਿੰਘ ਨੂੰ, ਕਿਸੇ ਨੂੰ ਕਹਿ ਦਿੱਤਾ ਜੀ ਉਹ ਤਾਂ ਨਾ ਇਸ ਤਰ੍ਹਾਂ ਸਾਨੂੰ ਪੰਡਿਤ ਨੇ ਆਖਿਆ ਸੀ ਤੇ ਕੰਮ ਇਸ ਤਰ੍ਹਾਂ ਜੀ, ਉਹ ਤਾਂ ਹੋਣਾ ਨਹੀਂ ਹੈਗਾ। ਫਿਰ ਗੁਰੂ ਮਹਾਰਾਜ ਤੇ ਭਰੋਸਾ ਨਾ ਰਿਹਾ। ਗੁਰੂ ਜੀ ਇਹੀ ਗੱਲ ਦੱਸਦੇ ਨੇ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਗੁਰੂ ਦੀ ਸ਼ਬਦ ਦੀ ਵਿਚਾਰ ਵਾਲੇ ਅਸੀਂ ਹੋਣਾ ਹੈ, ਇਹ ਸਾਰਿਆਂ ਤੋਂ ਸ੍ਰੇਸ਼ਟ ਕਰਮ ਹੈ। ਹੋਰ ਕਥਨੀ ਬਦੋ ਨਾ, ਹੋਰ ਅਸੀਂ ਕਿਸੇ ਪਾਸੇ ਜਾ ਕੇ ਗੱਲ ਨੂੰ ਵਧਾਉਣਾ ਨਹੀਂ। ਸਗਲੀ ਛਾੜ, ਜੇ ਅਸੀਂ ਗੱਲ ਨੂੰ ਵਧਾਉਂਦੇ ਆ ਤੇ ਫਿਰ ਉਹ ਇਸ ਤਰ੍ਹਾਂ ਵੀ ਅਸੀਂ ਆਪਣੇ ਸਿਰ ਦੇ ਵਿੱਚ ਖੇਹ ਪਵਾ ਰਹੇ ਹਾਂ ਜੀ। ਰਹਿਮਤ ਕਰਦੇ ਨੇ, ਨਹਾ ਵੀ ਲਿਆ, ਧੋ ਵੀ ਲਿਆ, ਤੇ ਪੱਥਰ ਦੀ ਪੂਜਾ ਵੀ ਕਰ ਲਈ ਹੈ ਜੀ। ਬਿਨਾਂ ਪ੍ਰਭੂ ਪਰਮਾਤਮਾ ਦੀ ਬੰਦਗੀ ਤੋਂ ਸਾਡਾ ਜੀਵਨ ਹੈ ਜਿਹੜਾ ਇਹ ਮੈਲਾ ਹੀ ਰਹੇਗਾ। ਨਹਾਉਣ ਦੇ ਨਾਲ ਮਨ ਸੁੱਚਾ ਨਹੀਂ ਹੁੰਦਾ, ਧੋਣ ਦੇ ਨਾਲ ਮਨ ਸੁੱਚਾ ਨਹੀਂ ਹੁੰਦਾ। ਨਹਾਵੇ ਧੋਵੇ ਪੂਜੇ ਸੈਲਾ, ਸੈਲਾ ਕਹਿੰਦੇ ਨੇ ਪੱਥਰ ਨੂੰ, ਪੱਥਰ ਦੀ ਮੂਰਤੀ ਨੂੰ। ਨਹਾ ਧੋ ਕੇ ਇਸ਼ਨਾਨ ਕਰਕੇ ਪੱਥਰ ਦੀ ਮੂਰਤੀ ਦੀ ਪੂਜਾ ਕੀਤਿਆਂ, ਬਿਨ ਹਰ ਰਾਤੇ ਮੈਲੋ ਮੈਲਾ। ਬਿਨਾਂ ਹਰੀ ਪਰਮਾਤਮਾ ਦੀ ਬੰਦਗੀ ਤੋਂ ਮਨੁੱਖ ਦਾ ਮਨ ਹੈ ਜਿਹੜਾ ਇਹ ਮੈਲ ਤੋਂ ਵੀ ਮੈਲਾ ਹੈ ਜੀ। ਜੇ ਅਸੀਂ ਅੰਦਰੋਂ ਹੰਕਾਰ ਨੂੰ ਦੂਰ ਕਰ ਦਈਏ ਨਾ, ਤੇ ਫਿਰ ਪ੍ਰਭੂ ਪਰਮਾਤਮਾ ਸਾਡਾ ਸਾਰਥੀ ਬਣ ਜਾਂਦਾ। ਸਾਰਥ ਦਾ ਅਰਥ ਹੁੰਦਾ ਸਾਰਥੀ, ਤੇ ਸਾਰਥੀ ਹੈ ਜਿਹੜਾ ਨਾ, ਜਿਹੜਾ ਰਥ ਨੂੰ ਤੋਰਨ ਵਾਲਾ ਹੁੰਦਾ, ਉਹਨੂੰ ਆਖਿਆ ਜਾਂਦਾ ਹੈ। ਸਾਡਾ ਸਰੀਰ ਇੱਕ ਰਥ ਹੈ, ਇਹਦੇ ਅੱਗੇ ਜਿਹੜੇ 10 ਇੰਦਰੇ ਨੇ, ਇਹ ਘੋੜੇ ਜੁੜੇ ਹੋਏ ਨੇ, ਤੇ ਮਨ ਜਿਹੜਾ
ਉਹ ਇਸ ਰਥ ਨੂੰ ਇੰਦਰੀਆਂ ਦੇ ਅਕੋਰਡਿੰਗ ਤੋਰਨ ਵਾਲਾ ਏ। ਜਦੋਂ ਅਸੀਂ ਮਨ ਨੂੰ ਪਿੱਛੇ ਕਰਕੇ ਗੁਰੂ ਮਹਾਰਾਜ ਜੀ ਦੇ ਉਪਦੇਸ਼ਾਂ ਅਨੁਸਾਰ ਚੱਲਦੇ ਹਾਂ, ਫਿਰ ਗੁਰੂ ਮਹਾਰਾਜ ਜੀ ਆਪ ਇਸ ਸਰੀਰ ਰੂਪੀ ਰਥ ਨੂੰ ਸਿੱਧੇ ਮਾਰਗ ਤੇ ਤੋਰਦਾ ਹੈ। ਫਿਰ ਸਾਨੂੰ ਗੁਨਾਹ ਨਹੀਂ ਲੱਗਦਾ। ਜਿੱਧਰ ਵੀ ਗੁਰੂ ਤੋਰੇਗਾ ਚੰਗਾ ਹੀ ਕਰੇਗਾ। ਜਦੋਂ ਅਸੀਂ ਗੁਰੂ ਦੇ ਉੱਤੇ ਛੱਡ ਦਿੱਤਾ, ਗਰਭ ਨਿਵਾਰ ਮਿਲੇ ਪ੍ਰਭ ਸਾਰਥ, ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਅਸੀਂ ਅੰਦਰੋਂ ਹੰਕਾਰ ਦਾ ਨਾਸ਼ ਕਰੀਏ। ਗੁਰੂ ਮਹਾਰਾਜ ਜੀ ਕਿਰਪਾ ਕਰਨਗੇ। ਆਪ ਪ੍ਰਭੂ ਪਰਮਾਤਮਾ ਸਾਡਾ ਰਸਤਾ ਹੈ ਜਿਹੜਾ, ਇਹਨੂੰ ਅੱਗੇ ਇਹਦੇ ਵਿੱਚ ਸਾਨੂੰ ਤੋਰਨਾ ਕਰੇਗਾ ਜੀ। ਮੁਕਤ ਪ੍ਰਾਨ ਜਪ ਹਰ ਕਿਰਤਾਰਥ। ਜਦੋਂ ਅਸੀਂ ਹਰੀ ਪਰਮਾਤਮਾ ਦਾ ਨਾਮ ਜਪਦੇ ਹਾਂ, ਇਸ ਦੇ ਨਾਲ ਸਾਡੇ ਪ੍ਰਾਣਾਂ ਨੂੰ ਮੁਕਤੀ ਮਿਲਦੀ ਹੈ। ਕਰਤਾਰਥ ਦਾ ਅਰਥ ਹੁੰਦਾ ਸੰਤੁਸ਼ਟ ਹੋ ਜਾਣਾ। ਕਿਰਤਾਰਥ ਸ਼ਬਦ ਹੈ ਜਿਹੜਾ, ਇਹਦਾ ਅਰਥ ਹੈ ਸੰਤੁਸ਼ਟ ਹੋ ਜਾਣਾ। ਜਿਵੇਂ ਵੇਖੋ ਆਪਾਂ ਅਰਦਾਸ ਕਰਦੇ ਹਾਂ ਨਾ, ਹੇ ਸੱਚੇ ਸਤਿਗੁਰ ਕਿਰਪਾ ਕਰੋ, ਆਪ ਜੀਆਂ ਸੰਗਤਾਂ ਨੂੰ ਪਾਵਨ ਪਵਿੱਤਰ ਫਰਮਾਨ ਬਖਸ਼ ਕੇ, ਹੁਕਮਨਾਮਾ ਦੇ ਕੇ ਤੇ ਕਰਤਾਰਥ ਕਰੋ, ਭਾਵ ਸੰਤੁਸ਼ਟ ਕਰੋ। ਸਾਰਿਆਂ ਦੇ ਅੰਦਰ ਸੰਤੋਖ ਆ ਜਾਵੇ, ਧੀਰਜ ਵੱਜ ਜਾਵੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮੁਕਤ ਪ੍ਰਾਣ, ਪ੍ਰਾਣਾਂ ਦੀ ਮੁਕਤੀ ਹੋਵੇਗੀ। ਜਪ ਹਰ, ਹਰੀ ਪਰਮਾਤਮਾ ਨੂੰ ਜਪ, ਕਰਤਾਰਥ, ਇਹ ਸਾਨੂੰ ਸੰਤੁਸ਼ਟੀ ਦੇਵੇਗਾ ਜੀ। ਵਾਜੈ ਵਾਦ ਵੇਦ ਵਿਚਾਰੈ। ਵਾਦ ਦਾ ਅਰਥ ਹੁੰਦਾ ਲੜਾਈ ਝਗੜਾ ਕਰਨਾ, ਤੇ ਵਾਚੇ ਦਾ ਅਰਥ ਹੁੰਦਾ ਪੜ੍ਹਨਾ। ਵਾਚੇ ਵਾਦ ਨਾ ਵੇਦ ਵਿਚਾਰੇ, ਜਿਹੜਾ ਵੇਦਾਂ ਸ਼ਾਸਤਰਾਂ ਦੇ ਵਿੱਚ ਸੱਚ ਲਿਖਿਆ ਨਾ ਉਹਦੀ ਵਿਚਾਰ ਨਹੀਂ ਕਰਦੇ, ਤੇ ਇਸ ਤਰ੍ਹਾਂ ਦਾ ਕੁਝ ਅਪਵਾਦ ਖੜਾ ਕਰ ਲੈਂਦੇ ਨੇ ਪੜ੍ਹ ਕੇ ਜੀ। ਆਪ ਡੁਬੈ ਕਿਉ ਪਿਤਰਾ ਤਾਰੈ। ਪਿੱਤਰ ਕਹਿੰਦੇ ਨੇ ਆਪਦੇ ਬਜ਼ੁਰਗਾਂ ਨੂੰ, ਵੱਡ ਵਡੇਰਿਆਂ ਨੂੰ। ਜਿਹੜਾ ਆਪ ਡੁੱਬ ਗਿਆ ਤੇ ਉਹ ਆਪਣੇ ਬਜ਼ੁਰਗਾਂ ਨੂੰ ਕਿਵੇਂ ਤਾਰੇਗਾ? ਤੇ ਉਹ ਇਹਨਾਂ 21 ਕੁਲਾਂ ਨੇ ਜਿਹੜੀਆਂ ਉਹਦੀਆਂ ਤਰਨਗੀਆਂ, ਜਿਹੜਾ ਆਪ ਤਰ ਗਿਆ। ਜਿਹੜਾ ਆਪ ਡੁੱਬ ਗਿਆ ਤੇ ਉਹਦੇ ਭਾਈ ਪਿੱਤਰ ਨਹੀਂ ਤਰਦੇ ਹਨ ਜੀ। ਘਟ ਘਟ ਬ੍ਰਹਮ ਚੀਨੈ ਜਨ ਕੋਈ। ਜੇ ਕੋਈ ਗੁਰਮੁਖ ਪਿਆਰਾ ਹੋਵੇ ਤੇ ਹਰ ਇੱਕ ਸਰੀਰ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਵਾਸਾ ਕਰਕੇ ਜਾਣਨਾ ਕਰੇ। ਸਤਿਗੁਰ ਮਿਲੈ ਤਾ ਸੋਜੀ ਹੋਏ। ਜੇ ਪਰਿਪੂਰਨ ਸੱਚੇ ਸਤਿਗੁਰ ਦੀ ਪ੍ਰਾਪਤੀ ਹੋ ਜਾਵੇ ਨਾ, ਤੇ ਫਿਰ ਮਨੁੱਖ ਨੂੰ ਗਿਆਨ ਆਉਂਦਾ। ਸੋਝੀ ਦਾ ਅਰਥ ਹੁੰਦਾ ਗਿਆਨ ਆ ਜਾਣਾ, ਸੋਝੀ ਆ ਜਾਣੀ, ਸੁਚੇਤ ਹੋ ਜਾਣਾ। ਸਤਿਗੁਰ ਮਿਲੇ, ਜੇ ਪਰਿਪੂਰਨ ਸੱਚੇ ਸਤਿਗੁਰ ਦੀ ਪ੍ਰਾਪਤੀ ਹੋ ਜਾਵੇ ਤਾਂ ਸੋਝੀ ਹੋਏ, ਤੇ ਫਿਰ ਮਨੁੱਖ ਨੂੰ ਸਮਝ ਆਉਂਦੀ ਹੈ ਜੀ। ਗਣਤ ਗਣੀਐ ਸਹਿਸਾ ਦੁਖ ਜਾਈ ਜੀ। ਜੇ ਅਸੀਂ ਗਿਣਤੀਆਂ ਮਿਣਤੀਆਂ ਕਰਾਂਗੇ ਨਾ, ਦਿਨਾਂ ਦੀਆਂ, ਨਛੱਤਰਾਂ ਦੀਆਂ, ਵਾਰਾਂ ਦੀਆਂ। ਵੇਖੋ ਸਾਡੇ ਵਿੱਚ ਵੀ ਲੜਾਈ ਪੈ ਰਹੀ ਹੈ। ਵੈਸੇ ਮੈਂ ਨਾ ਇੱਧਰ ਜਾਂਦਾ ਨਹੀਂ ਹੁੰਦਾ। ਕਿਉਂ ਨਹੀਂ ਜਾਂਦਾ? ਉਹ ਇਸ ਕਰਕੇ ਕਿ ਸਾਰਿਆਂ ਨੂੰ ਇਸ ਗੱਲ ਦੀ ਜਾਂ ਤਾਂ ਸਮਝ ਨਹੀਂ ਤੇ ਜਾਂ ਸਮਝਣਾ ਨਹੀਂ ਚਾਹੁੰਦੇ। ਦੋ ਗੱਲਾਂ ਨੇ, ਜਾਂ ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ, ਜਾਂ ਅਸੀਂ ਸਮਝਣਾ ਨਹੀਂ ਆਉਂਦੇ। ਹੁਣ ਜੇ ਅਸੀਂ ਕੋਈ ਦਿਨ ਮਨਾਉਂਦੇ ਆ ਸੂਰਜ ਦੇ ਮਹੀਨਿਆਂ ਦੇ ਅਨੁਸਾਰ, ਜਿਵੇਂ ਹੁਣ ਸੂਰਜ ਦੇ ਅਕੋਰਡਿੰਗ ਮੱਘਰ ਦਾ ਮਹੀਨਾ ਚੱਲ ਰਿਹਾ ਹੈ, ਤੇ ਇਹਦੀ ਸੰਗਰਾਂਦ ਆਪਾਂ ਮਾਘ ਮਹੀਨਾ ਚੱਲ ਰਿਹਾ, ਇਹਦੀ ਸੰਗਰਾਂਦ ਆਪਾਂ ਪਿੱਛੇ ਮਨਾਈਏ ਵੇਖੋ। ਤੇ ਚੰਦ ਦਾ ਮਹੀਨਾ ਜਿਹੜਾ ਹੁਣ ਮੱਸਿਆ ਨੂੰ ਪੂਰਾ ਹੋ ਜਾਣਾ ਹੈ। ਜਾਂ ਤਾਂ ਆਪਾਂ ਚੰਦ ਦੇ ਅਕੋਰਡਿੰਗ ਕੋਈ ਤਿਉਹਾਰ ਮਨਾ ਸਕਦੇ ਹਾਂ, ਜਾਂ ਆਪਾਂ ਸੂਰਜ ਦੇ ਅਕੋਰਡਿੰਗ ਮਨਾ ਸਕਦੇ ਹਾਂ, ਤੇ ਜਾਂ ਅੰਗਰੇਜ਼ੀ ਮਹੀਨੇ ਦੇ ਅਕੋਰਡਿੰਗ ਮਨਾ ਸਕਦੇ ਹਾਂ। ਜੇ ਅਸੀਂ ਆਖੀਏ ਵੀ ਤਿੰਨਾਂ ਮਹੀਨਿਆਂ ਦੀ ਤਰੀਕ ਅਸੀਂ ਇੱਕੋ ਦਿਨ ਰੱਖੀਏ ਤੇ ਨਹੀਂ ਹੋਏਗੀ, ਕਿਉਂਕਿ ਜਦੋਂ ਅੰਗਰੇਜ਼ੀ ਮਹੀਨਾ 31 ਦਾ ਹੋ ਜਾਂਦਾ, ਸਾਡੇ ਦੇਸੀ ਮਹੀਨੇ ਕੋਈ 30 ਦਾ ਰਹਿ ਜਾਂਦਾ, ਕੋਈ 28 ਦਾ ਰਹਿ ਜਾਂਦਾ ਹੈ। ਚੰਦ ਦਾ ਮਹੀਨਾ ਜਿਹੜਾ ਇਹ ਵੀ ਵੱਧਦੇ ਘਟਦੇ ਰਹਿੰਦੇ ਨੇ। ਸੋ ਫਿਰ ਇਹਨਾਂ ਦੀਆਂ ਤਰੀਕਾਂ ਅੱਗੇ ਪਿੱਛੇ ਹੋ ਜਾਂਦੀਆਂ ਨੇ। ਗਣਤ ਗਣੀਏ ਸਹਿਸਾ ਦੁੱਖ ਜੀਏ। ਜਿੰਨਾ ਵੀ ਅਸੀਂ ਇਹਨਾਂ ਗਿਣਤੀਆਂ ਮਿਣਤੀਆਂ ਦੇ ਵਿੱਚ ਪਾਵਾਂਗੇ, ਭਾਵੇਂ ਉਹ ਨਛੱਤਰਾਂ ਦੀਆਂ ਗਿਣਤੀਆਂ ਮਿਣਤੀਆਂ ਨੇ, ਭਾਵੇਂ ਰਾਸ਼ੀਆਂ ਦੀਆਂ, ਭਾਵੇਂ ਉਹ ਮਹੀਨਿਆਂ ਦੀਆਂ ਗਿਣਤੀਆਂ ਮਿਣਤੀਆਂ ਨੇ। ਹੁਣ ਵੇਖੋ ਬਿਕਰਮੀ ਸੰਮਤ ਹੈ, ਇਹ 1 ਵਿਸਾਖ ਨੂੰ ਬਦਲਦਾ ਜੇ। ਬਿਕਰਮੀ ਸੰਮਤ ਹੈ ਜਿਹੜਾ 1 ਵਿਸਾਖ ਨੂੰ ਬਦਲਦਾ, ਯਾਨੀ 1 ਵਿਸਾਖ ਨੂੰ ਨਵਾਂ ਸਾਲ ਚੜ੍ਹਦਾ ਹੈ। ਤੇ ਸਾਡਾ ਜਿਹੜਾ ਸਾਲ ਹੈ ਉਹ 1 ਚੇਤ ਨੂੰ ਚੜ੍ਹਦਾ ਹੈ। ਗੁਰੂ ਅਰਜਨ ਦੇਵ ਜੀ ਨੇ ਚੇਤ ਦਾ ਮਹੀਨਾ ਪਹਿਲੂ ਰੱਖਿਆ ਹੈ। ਮਾਝ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਉਂਦੀ ਹੈ। ਤੁਸੀਂ ਡਾਇਰੀਆਂ ਵੇਖੋ, ਥੋੜਾ ਜਿਹਾ ਨਾ ਧਿਆਨ ਕਰਿਆ ਕਰੋ। ਜਦੋਂ ਆਪਾਂ ਧਿਆਨ ਨਹੀਂ ਕਰਦੇ ਨਾ, ਫਿਰ ਆਪਾਂ ਉਲਝ ਜਾਂਦੇ ਆ। ਸਾਡੇ ਸਾਰਿਆਂ ਦੇ ਘਰਾਂ ਵਿੱਚ ਡਾਇਰੀਆਂ ਨੇ। ਬਿਕਰਮੀ ਸੰਤ ਹੁਣ ਚੱਲ ਰਿਹਾ ਹੈ, ਉਹਨੂੰ ਤੁਸੀਂ ਵੇਖੋ, ਉਹ 1 ਵਿਸਾਖ ਨੂੰ ਬਦਲੇਗਾ, 1 ਚੇਤ ਨੂੰ ਨਹੀਂ ਬਦਲੇਗਾ। ਤੇ ਅਸੀਂ 1 ਚੇਤ ਤੋਂ ਨਵਾਂ ਸਾਲ ਮੰਨਦੇ। ਕਿਉਂ ਮੰਨਦੇ ਆ? ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਚੇਤ ਦਾ ਮਹੀਨਾ ਪਹਿਲਾਂ ਲਿਖਿਆ ਹੈ, ਤੇ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਦੇ ਵਿੱਚ ਲਿਖੇ 12 ਮਹੀਨੇ, ਉਹਦੇ ਵਿੱਚ ਵੀ ਚੇਤ ਦਾ ਮਹੀਨਾ ਪਹਿਲੂ ਲਿਖਿਆ ਹੈ। ਤੇ ਫਿਰ ਅਸੀਂ ਤਾਂ ਗੁਰੂ ਦੀ ਗੱਲ ਮੰਨਾਂਗੇ ਨਾ, ਧੰਨ ਗੁਰਬਾਣੀ ਦੀ ਗੱਲ ਮੰਨਾਂਗੇ ਨਾ। ਤੇ ਜੇ ਹੁਣ ਅਸੀਂ ਆਖੀਏ ਵੀ ਅਸੀਂ ਵੀ 1 ਵਿਸਾਖ ਤੋਂ ਨਵਾਂ ਸਾਲ ਮੰਨੀਏ, ਤੇ ਫਿਰ ਸਾਡੇ ਵਾਸਤੇ ਤਾਂ ਗਲਤੀ ਹੈ ਨਾ। ਫਿਰ ਤਾਂ ਅਸੀਂ ਬਿਕਰਮੀ ਸੰਮਤ ਵਾਲੇ ਸਾਲ ਦੇ ਨਾਲ ਜੁੜ ਗਏ।
ਇਸੇ ਤਰ੍ਹਾਂ ਹੁਣ ਅਸੀਂ ਕੀ ਕਰਨ ਲੱਗ ਗਏ ਹਾਂ, ਗੁਰੂ ਨੂੰ ਛੱਡ ਕੇ ਨਾ 1 ਜਨਵਰੀ ਨੂੰ ਨਵਾਂ ਸਾਲ ਮੰਨਣ ਲੱਗ ਗਏ ਹਾਂ। ਵੇਖੋ ਕਿੱਡਾ ਗੁਨਾਹਗਾਰ ਹੋ ਗਏ ਅਸੀਂ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗਣਤ ਗਣੀਏ ਸਹਿਸਾ ਦੁੱਖ ਜੀਏ। ਜਦੋਂ ਅਸੀਂ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਂਦੇ ਹਾਂ ਨਾ, ਫਿਰ ਅਸੀਂ ਗੁਰੂ ਤੋਂ ਪਾਸੇ ਹੋ ਜਾਂਦੇ ਹਾਂ। ਜਦੋਂ ਅਸੀਂ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਂਦੇ ਹਾਂ, ਫਿਰ ਅਸੀਂ ਗੁਰੂ ਤੋਂ ਪਾਸੇ ਹੋ ਜਾਂਦੇ ਹਾਂ, ਗੁਰੂ ਤੋਂ ਮਨਮੁਖ ਹੋ ਜਾਂਦੇ ਹਾਂ। ਜਦੋਂ ਅਸੀਂ ਗੁਰੂ ਤੋਂ ਮਨਮੁਖ ਹੋ ਕੇ ਦੁੱਖ ਜੀਏ ਤੇ ਫਿਰ ਸਾਡੇ ਜੀਵ ਨੂੰ ਦੁੱਖ ਮਿਲਦਾ ਹੈ ਜੀ। ਗੁਰ ਕੀ ਸਰਣ ਪਵੈ ਸੁਖ ਥੀਐ। ਜੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਰਵਾਂਗੇ ਇਹਨਾਂ ਗਿਣਤੀਆਂ ਮਿਣਤੀਆਂ ਨੂੰ ਛੱਡ ਕੇ, ਤੇ ਫਿਰ ਗੁਰੂ ਕਿਰਪਾ ਕਰੇਗਾ, ਸਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ ਜੀ। ਕਰ ਅਪਰਾਧ ਸਰਣ ਹਮ ਆਇਆ। ਇਹ 2 ਤੁਕਾਂ ਨੇ। ਇਹ 2 ਤੁਕਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਕੀਤੀ ਹੈ। ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਕਰ ਅਪਰਾਧ ਸਰਣ ਹਮ ਆਇਆ। ਪਿਛਲੇ ਜਨਮਾਂਤਰਾਂ ਦੇ ਵਿੱਚ ਪਤਾ ਨਹੀਂ ਅਸੀਂ ਕਿੰਨੇ ਕੁ ਅਪਰਾਧ ਕੀਤੇ ਨੇ, ਤੇ ਉਹਨਾਂ ਕੀਤੇ ਹੋਏ ਅਪਰਾਧਾਂ ਦੇ ਅਨੁਸਾਰ ਜਦੋਂ ਸਾਡੇ ਕਰਮਾਂ ਦੀ ਕਿਤਾਬ ਖੁੱਲ੍ਹਦੀ ਹੈ ਸਮੇਂ ਦੇ ਅਨੁਸਾਰ, ਜਿਵੇਂ ਜਿਵੇਂ ਸਮਾਂ ਗੁਜ਼ਰਦਾ ਸਾਡੇ ਕਰਮਾਂ ਦੀ ਕਿਤਾਬ ਖੁੱਲ੍ਹਦੀ ਹੈ, ਤੇ ਉਵੇਂ ਉਵੇਂ ਸਾਨੂੰ ਦੁੱਖ ਤੇ ਸੁੱਖ ਮਿਲਦੇ ਨੇ। ਪਰ ਗੁਰੂ ਜੀ ਕਹਿੰਦੇ ਨੇ, ਜੇ ਅਸੀਂ ਗੁਰੂ ਦੇ ਅੱਗੇ ਅਰਦਾਸ ਕਰੀਏ ਵੀ ਅਸੀਂ ਅਪਰਾਧ ਤਾਂ ਬੜੇ ਕੀਤੇ ਨੇ, ਪਰ ਹੁਣ ਤੇਰੀ ਸ਼ਰਨ ਦੇ ਵਿੱਚ ਆ ਗਿਆ, ਤੂੰ ਕਿਰਪਾ ਕਰ, ਇਹ ਸਮਾਂ ਨਾ ਜਿਹੜਾ ਇਹ ਸਾਨੂੰ ਪ੍ਰਭਾਵਿਤ ਨਾ ਕਰ ਸਕੇ ਜੀ। ਗੁਰ ਹਰ ਭੇਟੇ ਪੁਰਬ ਕਮਾਇਆ। ਹੁਣ ਗੁਰੂ ਜੀ ਕਹਿੰਦੇ ਨੇ ਵੀ ਗੁਰੂ ਦੀ ਪ੍ਰਾਪਤੀ ਵੀ ਹੁਣ ਸਾਰਿਆਂ ਨੂੰ ਨਹੀਂ ਹੁੰਦੀ। ਉਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਨਨੇ ਪਿਛਲੇ ਜਨਮ ਦੇ ਵਿੱਚ ਚੰਗੇ ਕਰਮ ਕਮਾਏ ਹੋਣ ਜੀ। ਗੁਰ ਸ਼ਰਨ ਨਾ ਆਈ ਹੈ ਬ੍ਰਹਮ ਨਾ ਪਾਈ ਹੈ। ਜਦੋਂ ਤੱਕ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ, ਉਦੋਂ ਤੱਕ ਸਾਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜੀ। ਭਰਮ ਭੁਲਾਈਐ ਭੁੱਲੇ ਰਹੀਦਾ ਹੈ। ਭਰਮ ਭੁਲਾਈਏ, ਭਰਮ ਸਾਨੂੰ ਇਹ ਭਰਮ ਹੀ ਹੈ ਸਮੇਂ ਦੀ ਅਕੋਰਡਿੰਗ, ਜਾਂ ਗਿਣਤੀ ਮਿਣਤੀ ਨਛੱਤਰਾਂ ਦਾ, ਰਾਸ਼ੀਆਂ ਦਾ, ਇਹ ਸਾਰੇ ਭਰਮ ਨੇ। ਭਰਮ ਭੁਲਾਈਏ ਜਨਮ ਮਰ ਆਈਏ। ਜੇ ਅਸੀਂ ਭਰਮ ਦੇ ਵਿੱਚ ਭੁੱਲੇ ਰਵਾਂਗੇ ਤੇ ਜੰਮਦੇ ਮਰਦੇ ਰਵਾਂਗੇ ਜੀ। ਅੰਦਰ ਬਾਦੋ ਮਰੈ ਬਿਕਾਰ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਅਸੀਂ ਜੰਮ ਦੇ ਦਰ ਤੇ ਬੰਨੇ ਜਾਂਦੇ ਆ ਨਾ, ਮਰੇ ਬਕਾਰ ਜਮਦਰ ਬਾਧੋ, ਸਾਨੂੰ ਜਮਾਂ ਦੇ ਦਰ ਤੇ ਬੰਨਿਆ ਜਾਂਦਾ ਕਰਮਾਂ ਦੇ ਅਨੁਸਾਰ। ਪਰ ਜੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆ ਜੰਨੇ, ਗੁਰੂ ਕਿਰਪਾ ਕਰਦਾ, ਸਾਡੇ ਅੰਦਰੋਂ ਵਕਾਰ ਮਾਰ ਦਿੰਦਾ ਜੀ। ਹਰਿ ਨਾਮ ਨਾ ਸ਼ਬਦ ਆਚਾਰ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵੀ ਨਹੀਂ ਹੈਗਾ ਤੇ ਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਅਨੁਸਾਰ ਆਪਣਾ ਆਚਰਣ ਵੀ ਨਹੀਂ। ਆਚਾਰ ਦਾ ਅਰਥ ਹੈ ਆਚਰਣ, ਤੇ ਆਚਰਣ ਦਾ ਅਰਥ ਹੁੰਦਾ ਸਾਡਾ ਜੀਵਨ। ਅਸੀਂ ਆਪਣੇ ਜੀਵਨ ਨੂੰ ਜਿਉਂ ਕਿਵੇਂ ਰਹੇ ਆ, ਇਹਨੂੰ ਆਚਰਣ ਆਖਿਆ ਜਾਂਦਾ। ਮੈਂ ਥੋੜਾ ਜਿਹਾ ਇਹਨੂੰ ਵੀ ਸਮਝਾਉਣ ਦਾ ਯਤਨ ਕਰਾਂ। ਇੱਕ ਬੰਦਾ ਉਹ ਸਵੇਰੇ ਉੱਠਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਝੂਠ ਹੀ ਬੋਲੀ ਜਾਣਾ। ਹੁਣ ਇਹਦਾ ਆਚਰਣ ਕਿਵੇਂ ਦਾ? ਝੂਠ ਬੋਲਣ ਵਾਲਾ। ਇੱਕ ਬੰਦਾ ਉਹ ਸਵੇਰੇ ਉੱਠਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਗੁਰਬਾਣੀ ਦੇ ਨਾਲ ਜੁੜਿਆ ਜਾਂਦਾ, ਇਹਦਾ ਆਚਰਣ ਕਿਵੇਂ ਆ? ਇਹਦਾ ਸੱਚਾ ਤੇ ਸੁੱਚਾ ਆਚਰਣ ਹੈ। ਇਹਨੂੰ ਫਿਰ ਆਖ ਦਿੰਦੇ ਨੇ ਕਰੈਕਟਰ ਅੰਗਰੇਜ਼ੀ ਦੇ ਵਿੱਚ, ਨਾਮ ਹਿਰਦੇ ਨਾਮ ਨਾ, ਨਾ ਹਿਰਦੇ ਨਾਮ ਨਾ ਸ਼ਬਦ ਆਚਾਰ। ਨਾ ਹੀ ਸਾਡੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਅਸੀਂ ਵਿਛਾਇਆ ਹੈ, ਨਾ ਸ਼ਬਦ ਆਚਾਰ, ਤੇ ਨਾ ਹੀ ਅਸੀਂ ਗੁਰੂ ਦੇ ਉਪਦੇਸ਼ ਦੇ ਅਨੁਸਾਰ ਆਪਣੇ ਜੀਵਨ ਨੂੰ ਸਵਾਰਨਾ ਕੀਤਾ ਹੈ ਜੀ। ਇਕ ਪਾਦੇ ਪੰਡਤ ਮਿਸਰ ਕਹਾਵਹੇ। ਹੁਣ ਗੁਰੂ ਮਹਾਰਾਜ ਜੀ ਦੱਸਦੇ ਨੇ, ਇੱਕ ਪਾਦੇ, ਪਾਦੇ ਕਹਿੰਦੇ ਨੇ ਬੱਚਿਆਂ ਨੂੰ ਪੜ੍ਹਾਉਣ ਵਾਲਾ, ਤੇ ਪੰਡਤ ਕਹਿੰਦੇ ਨੇ ਵਿਦਵਾਨ, ਜਿਹੜੇ ਵੇਦਾਂ ਸ਼ਾਸਤਰਾਂ ਦਾ ਗਿਆਤਾ ਹੋਵੇ, ਤੇ ਮਿਸਰ ਉਹਨੂੰ ਆਖਦੇ ਨੇ ਜਿਵੇਂ ਸਾਹੇ ਚਿੱਠੀ ਪਹਿਲੂ ਇਹ ਲੈ ਕੇ ਜਾਇਆ ਕਰਦੇ ਸੀ। ਜਦੋਂ ਸਾਹੇ ਚਿੱਠੀ ਲਿਖੀ ਜਾਂਦੀ ਨਾ, ਇਹ ਲੈ ਕੇ ਜਾਣ ਵਾਲੇ ਨੂੰ ਮਿਸਰ ਆਖਿਆ ਜਾਂਦਾ ਸੀ। ਇੱਕ ਪਾਦੇ ਪੰਡਤ ਮਿਸਰ ਕਹਾਵੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇੱਕ ਆਪਣੇ ਆਪ ਨੂੰ ਆਖਦਾ ਮੈਂ ਪਾਦਾਂ, ਭਾਵ ਬੱਚਿਆਂ ਨੂੰ ਪੜ੍ਹਾਉਣ ਵਾਲਾ, ਇੱਕ ਕਹਿੰਦਾ ਮੈਂ ਵੇਦਾਂ ਸ਼ਾਸਤਰਾਂ ਦਾ ਗਿਆਤਾ, ਤੇ ਇੱਕ ਜਿਹੜਾ ਉਹਦੀ ਇਹ ਡਿਊਟੀ ਲੱਗੀ ਹੋਈ ਹੈ ਵੀ ਉਹਨੇ ਬੱਚੇ ਦਾ ਜੋ ਕਾਰਜ ਹੈ ਨਾ, ਇਹਦੇ ਵਿੱਚ ਕੰਮ ਕਰਨਾ ਹੈ ਜੀ। ਇਹ ਸਾਰੇ ਦੇ ਸਾਰੇ ਦੋ ਚਿੱਤੀ ਦੇ ਵਿੱਚ ਫਸੇ ਹੋਏ ਨੇ। ਜਿਹੜਾ ਬੰਦਾ ਦੋ ਚਿੱਤੀ ਦੇ ਵਿੱਚ ਫਸ ਗਿਆ ਨਾ, ਉਹ ਕਦੇ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ ਜੀ। ਗੁਰ ਪ੍ਰਸਾਦੀ ਨਾਸ ਨਾਮ ਆਧਾਰ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿੰਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਜਿਹੜਾ ਨਾਮ ਨੂੰ ਆਪਣਾ ਆਸਰਾ ਬਣਾ ਲਵੇ, ਸਭ ਤੋਂ ਚੰਗਾ ਆਚਰਣ, ਸਭ ਤੋਂ ਚੰਗਾ ਜੀਵਨ ਇਹਨਾਂ ਜਿਹੜਾ ਮਨੁੱਖ ਦਾ ਇਹੀ ਹੈ। ਜਿਸ ਗੁਰ ਪ੍ਰਸਾਦੀ, ਜਿੰਦੇ ਤੇ ਗੁਰੂ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਨਾਮ ਆਧਾਰ, ਜਿਹੜੇ ਗੁਰੂ ਸਵਾਰੇ ਨੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਹੋਇਆ ਹੈ ਜੀ। ਕੋਟਮ ਦੇ ਕੋ
ਜਨ ਅਪਾਰ। ਇਸ ਤਰ੍ਹਾਂ ਦਾ ਮਨੁੱਖ ਇਹਨਾਂ ਜਿਹੜਾ ਇਹ ਕਰੋੜਾਂ ਦੇ ਵਿੱਚੋਂ ਇੱਕ ਮਿਲੇਗਾ। ਕੋਟ ਮੱਧੇ, ਕੋਟ ਦਾ ਅਰਥ ਹੈ ਕਰੋੜਾਂ, ਮੱਧੇ ਦਾ ਅਰਥ ਹੈ ਵਿੱਚ, ਕੋ ਜਨ ਅਪਾਰ, ਕੋਈ ਇੱਕ ਅੱਧਾ ਗੁਰਮੁਖ ਪਿਆਰਾ ਤੁਹਾਨੂੰ ਮਿਲੇਗਾ ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਜਿਹੜਾ ਇਹ ਸਾਰੇ ਪ੍ਰਕਾਰ ਦੇ ਵਹਿਮਾਂ ਭਰਮਾਂ ਨੂੰ ਛੱਡ ਕੇ ਇੱਕ ਨਾਮ ਦੇ ਆਸਰੇ ਦੇ ਨਾਲ ਜਿਉਣ ਵਾਲਾ ਹੋਵੇ ਜੀ। ਏਕ ਬੁਰਾ ਭਲਾ ਸਚ ਏਕੈ। ਏਕ ਬੁਰਾ ਭਲਾ, ਵਿਸ਼ਰਾਮ ਇੱਥੇ ਲਾਣਾ ਹੈ। ਸੱਚ ਇੱਕ ਹੈ, ਏਕ ਬੁਰਾ ਭਲਾ। ਇਹ ਹੁਣ ਜਦੋਂ ਪੱਤਰੀ ਵੇਖਦੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਅੰਧ ਵਿਸ਼ਵਾਸ ਦੇ ਵਿੱਚ ਆਪਾਂ ਪੈਂਦੇ ਆ ਤੇ ਫਿਰ ਉਹਦੇ ਵਿੱਚ ਇੱਕ ਸਮਾਂ ਬੁਰਾ ਤੇ ਇੱਕ ਸਮਾਂ ਭਲਾ, ਬੁਰੇ ਤੇ ਭਲੇ ਦੀ ਵਿਚਾਰ ਕਰਦੇ ਆ। ਸੱਚ ਇੱਕ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਸੱਚ ਦੇ ਉੱਤੇ ਤੁੱਲ ਗਿਆ ਨਾ ਉਹਦੇ ਲਈ ਸਾਰਾ ਸਮਾਂ ਇੱਕੋ ਹੀ ਹੋ ਗਿਆ। ਜਿਹੜਾ ਅੰਧ ਵਿਸ਼ਵਾਸ ਦੇ ਵਿੱਚ ਪੈ ਗਿਆ, ਵਹਿਮਾਂ ਭਰਮਾਂ ਦੇ ਵਿੱਚ ਪੈ ਗਿਆ, ਉਹਦੇ ਲਈ ਬੁਰਾ ਭਲਾ ਹੋ ਸਕਦਾ ਭਾਈ। ਸੱਚ ਇੱਕ ਹੈ, ਜਿਹੜਾ ਨਾਮ ਦੇ ਆਸਰੇ ਜਿਉਣ ਵਾਲਾ ਹੈ ਉਹਦੇ ਲਈ ਸਾਰਾ ਕੁਝ ਇੱਕੋ ਹੀ ਹੋ ਗਿਆ ਤੇ ਸਾਰਾ ਕੁਝ ਸੱਚ ਹੈ। ਦੂਜਾ ਇਹਦਾ ਅਰਥ ਏਕ ਬੁਰਾ ਭਲਾ। ਜਿਹੜਾ ਮਨਮੁਖ ਹੈ ਉਹ ਕਿਸੇ ਨੂੰ ਬੁਰਾ ਤੇ ਭਲਾ ਆਖੇਗਾ। ਸੱਚ ਇੱਕ ਹੈ, ਪਰ ਸੱਚਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾ ਉਹ ਇੱਕ ਹੈ ਤੇ ਉਹ ਸਾਰਿਆਂ ਦੇ ਅੰਦਰ ਹੈ, ਬੁਰੇ ਦੇ ਅੰਦਰ ਭਲੇ ਦੇ ਅੰਦਰ ਵੀ। ਏਕ ਬੁਰਾ ਭਲਾ, ਇੱਕ ਬੁਰਾ ਵੀ ਹੈ ਇੱਕ ਭਲਾ ਵੀ ਹੈ। ਸਮਾਜ ਜਿਹੜਾ ਹੈ ਇਹ ਦੋਵਾਂ ਦੇ ਨਾਲ ਬਣਿਆ ਹੋਇਆ ਹੈ। ਇੱਕ ਦੇ ਨਾਲ ਖੇਡ ਨਹੀਂ ਚੱਲਦੀ। ਜੇ ਇੱਕ ਟੀਮ ਹੋਵੇ ਤੇ ਉਹ ਖੇਡੇਗੀ ਕਿਹਦੇ ਨਾਲ? ਇੱਕ ਵਾਰੀ ਇੱਕ ਨਿੱਕੀ ਜੀ ਸਾਖੀ ਹੈ, ਇੱਕ ਕੋਈ ਗੁਰਮੁਖ ਪਿਆਰਾ ਸੀ ਪਰਮਾਤਮਾ ਨੂੰ ਨਾ ਜਾ ਕੇ ਕਹਿਣ ਲੱਗ ਗਿਆ, ਫਲਾਣਾ ਬੰਦਾ ਨਾ ਜਿਹੜਾ ਸੱਚੇ ਸਤਿਗੁਰ ਉਹ ਬੜਾ ਤੰਗ ਕਰਦਾ ਹੈ। ਸ਼ਿਕਾਇਤ ਕਰ ਦਿੱਤੀ ਤੇ ਪਰਮਾਤਮਾ ਖਿੜ ਖੜਾ ਕੇ ਕਹਿੰਦੇ ਨੇ ਹੱਸ ਪਿਆ। ਪਰਮਾਤਮਾ ਹੱਸ ਪਿਆ, ਕਹਿੰਦਾ ਜੀ ਮੈਂ ਆਪ ਜੀ ਦੇ ਅੱਗੇ ਬੇਨਤੀ ਕੀਤੀ, ਅਰਦਾਸ ਕੀਤੀ ਜੀ ਮੈਨੂੰ ਤੰਗ ਬੜਾ ਕਰਦਾ ਤੇ ਤੁਸੀਂ ਹੱਸੀ ਜਾਂਦੇ ਹੋ। ਪਰਮਾਤਮਾ ਕਹਿੰਦਾ ਜੇ ਉਹ ਤੈਨੂੰ ਤੰਗ ਕਰਦਾ ਨਾ ਤੇ ਉਹ ਬੁਰਾ ਏ ਤੇ ਫੇਰ ਹੀ ਤੇਰੀ ਅਛਾਈ ਦਾ ਲੋਕਾਂ ਨੂੰ ਪਤਾ ਲੱਗਦਾ। ਜੇ ਉਹ ਬੁਰਾ ਨਾ ਹੁੰਦਾ ਤੇ ਤੈਨੂੰ ਚੰਗਾ ਕਿਹਨੇ ਆਖਣਾ ਸੀ? ਫਿਰ ਤਾਂ ਸਾਰੇ ਚੰਗੇ ਹੁੰਦੇ। ਉਹਦੀ ਬੁਰਾਈ ਦੇ ਨਾਲ ਤੇਰੀ ਅਛਾਈ ਪ੍ਰਗਟ ਹੋ ਰਹੀ ਏ। ਜੇ ਉਹ ਬੁਰਾ ਹੋਇਆ ਤੇ ਤੂੰ ਅੱਛਾ ਹੋਇਆ ਏ, ਤੂੰ ਉਹਦਾ ਧੰਨਵਾਦ ਕਰਿਆ ਕਰ। ਇਸੇ ਤਰ੍ਹਾਂ ਭਗਤ ਕਬੀਰ ਜੀ ਦੇ ਸਮੇਂ ਨਗਰ ਦੇ ਵਿੱਚ ਇੱਕ ਸੀ, ਕਿਸੇ ਦਾਸ ਨੇ ਆਣ ਕੇ ਬੇਨਤੀ ਕਰਤੀ, ਭਗਤ ਜੀ ਫਲਾਣਾ ਬੰਦਾ ਨਾ ਜਿਹੜਾ ਤੁਹਾਡੀ ਨਿੰਦਿਆ ਬੜੀ ਕਰਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਫਿਰ ਇਸ ਤਰ੍ਹਾਂ ਕਰ, ਉਹਨੂੰ ਕੁਝ ਦੇ ਕੇ ਆ। ਕਹਿੰਦਾ ਹੱਦ ਹੋ ਗਈ, ਤੁਹਾਡੀ ਨਿੰਦਿਆ ਕਰਦੇ ਤੇ ਤੁਸੀਂ ਕਹਿੰਦੇ ਉਹਨੂੰ ਕੁਝ ਦੇ ਕੇ ਆ। ਭਗਤ ਜੀ ਕਹਿੰਦੇ ਉਹ ਆਪਣੀ ਸੇਵਾ ਕਰ ਰਿਹਾ ਤੇ ਮੁਕਤੀ ਦੇ ਵਿੱਚ ਕਰ ਰਿਹਾ, ਉਹਨੂੰ ਕੁਝ ਦੇ ਕੇ ਆ ਇਸ ਦੇ ਬਦਲੇ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਏਕ ਬੁਰਾ ਭਲਾ, ਸੰਸਾਰ ਦੇ ਵਿੱਚ ਇੱਕ ਬੁਰਾ ਵੀ ਤੇ ਇੱਕ ਭਲਾ ਵੀ ਹੈ। ਸੱਚ ਇੱਕ ਹੈ, ਦੋਵਾਂ ਦੇ ਵਿੱਚ ਇੱਕ ਸੱਚਾ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਇਆ ਹੈ ਜੀ। ਬੂਝ ਗਿਆਨੀ ਸਤਿਗੁਰ ਕੀ ਟੇਕੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਤਿਗੁਰ ਦਾ ਆਸਰਾ ਲੈ ਕੇ ਨਾ, ਸਤਿਗੁਰ ਕੀ ਟੇਕੈ। ਟੇਕੇ ਦਾ ਅਰਥ ਹੁੰਦਾ ਆਸਰਾ ਲੈਣਾ। ਆਪਾਂ ਕਹਿੰਦੇ ਨੇ ਮੱਥਾ ਟੇਕਦਾ, ਟੇਕਣ ਦਾ ਅਰਥ ਹੁੰਦਾ ਮੈਂ ਗੁਰੂ ਦਾ ਆਸਰਾ ਲੈ ਲਿਆ। ਜਦੋਂ ਆਪਾਂ ਗੁਰੂ ਮਹਾਰਾਜ ਜੀ ਦੇ ਆਣ ਕੇ ਦਰ ਤੇ ਆਉਂਦੇ ਆ ਨਾ, ਕਥਾ ਸੁਣਨ ਦੇ ਨਾਲ ਸਾਨੂੰ ਇਹਨਾਂ ਸ਼ਬਦਾਂ ਦਾ ਹੀ ਤਾਂ ਪਤਾ ਲੱਗਦਾ। ਇਸੇ ਕਰਕੇ ਆਪਾਂ ਕਥਾ ਸੁਣਦੇ ਆ। ਜਦੋਂ ਆਪਾਂ ਗੁਰੂ ਦੇ ਦਰ ਤੇ ਆਉਂਦੇ ਨਾ, ਮੈਂ ਮੱਥਾ ਟੇਕਣਾ ਜ਼ਰੂਰੀ ਏ, ਕਿਉਂਕਿ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਤੋਂ ਆਪਾਂ ਆਸਰਾ ਲੈ ਲੈਣੇ। ਹੈ ਸੱਚੇ ਸਤਿਗੁਰ ਅੱਜ ਸਾਰਾ ਦਿਨ ਮੈਂ ਗੁਜ਼ਾਰਨਾ ਹੈ ਤੇ ਤੂੰ ਮੇਰੇ ਤੇ ਮਿਹਰ ਰੱਖੀ। ਬੂਝ ਗਿਆਨੀ ਸਤਿਗੁਰ ਕੀ ਟੇਕੇ। ਗੁਰੂ ਮਹਾਰਾਜ ਜੀ ਕਹਿੰਦੇ ਨੇ ਸੱਚੇ ਸਤਿਗੁਰ ਦਾ ਆਸਰਾ ਲੈ ਕੇ ਨਾ ਇਹਨਾਂ ਗੱਲਾਂ ਨੂੰ ਜੋ ਪਿੱਛੇ ਗੁਰੂ ਮਹਾਰਾਜ ਜੀ ਨੇ ਦੱਸੀਆਂ ਨੇ ਇਹਨਾਂ ਨੂੰ ਸਮਝਣਾ ਕਰੀਏ ਜੀ। ਗੁਰਮੁਖ ਵਿਰਲੀ ਕੋ ਜਾਣਿਆ। ਕੋਈ ਵਿਰਲਾ ਹੈ ਗੁਰਮੁਖ ਜਿਨੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ ਜੀ। ਆਵਣ ਜਾਣਾ ਮੀਟ ਸਮਾਣਿਆ। ਉਹਨੇ ਆਉਣਾ ਜਾਣਾ ਭਾਵ ਜੰਮਣਾ ਤੇ ਮਰਨਾ ਨਾਸ ਕਰ ਲਿਆ ਤੇ ਪਰਮਾਤਮਾ ਦੇ ਵਿੱਚ ਸਮਾ ਗਿਆ ਹੈ। ਹਿਰਦੈ ਏਕੰਕਾਰ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ। ਸਰਬ ਗੁਣੀ ਸਾਚਾ ਵਿਚਾਰ। ਉਹ ਸੱਚ ਦੀ ਵਿਚਾਰ ਦੇ ਨਾਲ ਜੁੜ ਗਿਆ ਤੇ ਉਹਦੇ ਅੰਦਰ ਸਾਰੇ ਗੁਣ ਆ ਗਏ ਨੇ। ਸਰਬ ਗੁਣੀ ਆਪਾਂ ਕਹਿੰਦੇ ਨਾ ਬੰਦੇ 'ਚ ਗੁਣ ਬੜੇ ਨੇ, ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹਦੇ 'ਚ ਸਾਰੇ ਗੁਣ ਆ ਜਾਂਦੇ ਨੇ। ਕਿਹਦੇ 'ਚ? ਸਾਚਾ ਵਿਚਾਰ, ਜਿਹੜਾ ਸੱਚ ਦੀ ਵਿਚਾਰ ਕਰਨ ਵਾਲਾ ਹੁੰਦਾ ਹੈ, ਜਿਹੜਾ ਸੱਚੇ ਸਤਿਗੁਰ ਦੇ ਨਾਲ ਜੁੜ ਜਾਂਦਾ ਹੈ, ਸੱਚ ਸਰੂਪ ਦੇ ਨਾਲ ਜੁੜ ਜਾਂਦਾ ਹੈ, ਸੱਚ ਦੀਆਂ ਵਿਚਾਰਾਂ ਵਾਲਾ ਹੁੰਦਾ ਹੈ ਜੀ। ਗੁਰ ਕੈ ਬਾਣੈ ਕਰਮ ਕਮਾਵੈ। ਹੁਣ ਕਰਮ ਆਪਾਂ ਸਾਰੇ ਕਰਦੇ ਆ, ਇਹ ਵੀ ਕਰਮ ਕਮਾਉਂਦਾ, ਪਰ ਇਹ ਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਕਰਮ ਕਮਾਉਂਦਾ। ਗੁਰੂ ਦੇ ਭਾਣੇ ਦੇ ਵਿੱਚ ਕਿਵੇਂ? ਜਿਵੇਂ ਪਿੱਛੇ ਆਇਆ ਸੀ ਨਾ, ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਕਿਰਪਾ ਕੀਤੀ ਸੀ, ਸਾਨੂੰ ਦੱਸਿਆ ਸੀ ਵੀ ਪਰਮਾਤਮਾ ਸਾਡਾ ਸਾਰਥੀ ਹੈ। ਉਹ ਅੱਗੇ ਰੱਥ ਨੂੰ ਤੋਰਨ ਵਾਲਾ ਬਣ ਜਾਂਦਾ ਹੈ, ਸਾਡੇ ਸਰੀਰ ਰੂਪੀ ਰੱਥ ਨੂੰ ਤੋਰਦਾ। ਜਦੋਂ ਅਸੀਂ ਗੁਰੂ ਤੇ ਨਿਰਭਰ ਹੋ ਜਾਂਦੇ ਆ ਨਾ
ਤੇ ਫਿਰ ਗੁਰ ਕੈ ਭਾਣੇ ਕਰਮ ਕਮਾਵੇ। ਉਹ ਜਿੰਨੇ ਵੀ ਕਰਮ ਨੇ ਗੁਰੂ ਦੇ ਪ੍ਰਾਇਣ ਹੋ ਜਾਂਦੇ ਨੇ, ਉਹਨਾਂ ਕਰਮਾਂ ਦਾ ਮਾੜਾ ਤੇ ਚੰਗਾ ਸਾਨੂੰ ਫਲ ਨਹੀਂ ਲੱਗਦਾ ਹੈ ਜੀ। ਨਾਨਕ ਸਾਚੇ ਸਾਚ ਸਮਾਵੈ। ਉਹ ਸੱਚ ਹੋ ਗਿਆ ਤੇ ਸੱਚ ਦੇ ਵਿੱਚ ਭੇਦ ਹੋ ਗਿਆ। ਮੇਲ ਇਹ ਜਿਹੜਾ ਇਹ 3 ਪ੍ਰਕਾਰ ਦਾ ਹੁੰਦਾ ਹੈ। ਮੈਂ 2 ਪ੍ਰਕਾਰ ਦਾ ਹੁਣ ਦੱਸਾਂਗਾ, ਸਮਝੋਗੇ। ਇੱਕ ਸਜਾਤੀ ਹੁੰਦਾ ਤੇ ਇੱਕ ਵਿਜਾਤੀ ਹੁੰਦਾ। ਸਜਾਤੀ ਮੇਲ ਪਾਣੀ 'ਚ ਪਾਣੀ ਮਿਲਾ ਦਿਓ ਮਿਲ ਜਾਵੇਗਾ। ਵਿਜਾਤੀ ਮੇਲ ਹੈ ਜਿਹੜਾ ਪਾਣੀ 'ਚ ਤੇਲ ਮਿਲਾਓ ਨਹੀਂ ਮਿਲੇਗਾ। ਉਸੇ ਤਰ੍ਹਾਂ ਨਾਨਕ ਸਾਚੇ ਸਾਚ ਸਮਾਵੈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਨੂੰ ਸੱਚ ਦੇ ਵਿੱਚ ਸਾਚੇ ਜਿਹੜਾ ਉਹੀ ਸਮਾਉਣ ਵਾਲਾ ਦਿਸ ਰਿਹਾ। ਨਾਨਕ ਸਾਚੇ ਸਾਚ ਸਮਾਵੇ। ਜਿਹੜਾ ਸੱਚ ਹੋ ਗਿਆ ਉਹ ਸੱਚ ਸਰੂਪ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ। ਇਤਨੀਆਂ ਕੁ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਸੱਚੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਦਾ ਕੋਟਨ ਕੋਟ ਧੰਨਵਾਦ ਸ਼ੁਕਰਾਨਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਸ਼ੁਕਰਾਨਾ। ਤੇ ਆਪ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਪਾਵਨ ਉਪਦੇਸ਼ ਨੂੰ ਆਣ ਕੇ ਸਰਵਣ ਕਰਦੇ ਹੋ। ਦਰਬਾਰ ਸਾਹਿਬ ਦੀ ਸ਼ੋਭਾ ਵੱਧਦੀ ਏ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਅੱਗੇ ਮੱਥਾ ਟੇਕ ਕੇ ਗੁਰੂ ਦਾ ਆਸਰਾ ਅੰਮ੍ਰਿਤ ਵੇਲੇ ਅਸੀਂ ਲੈ ਲੈਂਦੇ ਹਾਂ। ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ।